ਹਾਲੇਲੂਇਆ। ਅਸੀਂ ਲਾਸਟ ਟਾਈਮ ਸਿੱਖਿਆ ਸੀਗਾ ਕਹਾਵਤਾਂ ਦੀ किताब नीति वचन ਉਹਦਾ 28 अध्याय ਉਹਦੀ 9 आयत। जो अपना कान व्यवस्था सुनने से फेर लेता है उसकी प्रार्थना घृणित ठहरती है। हालेलुया। पंजाबी च भी पढ़ांगे? हाँ जी, नहीं 28 दी हाँ जी 9 हाँ जी हाँ जी। नीति वचन 28 अध्याय 9 आयत। जो बुद्धवान पुरुष मूर्ख नाल झगड़े 28 दी 9। ਜਿਹੜਾ ਵਿਵਸਥਾ ਨੂੰ ਸੁਣਨ ਤੋਂ ਕੰਨ ਫੇਰ ਲੈਂਦਾ ਹੈ। ਜਿਹੜਾ ਵਿਵਸਥਾ ਨੂੰ ਸੁਣਨ ਤੋਂ ਕੀ ਕਰਦਾ ਜੀ? ਕੰਨ ਫੇਰ ਲੈਂਦਾ ਹੈ। ਕਿਦਾਂ ਫੇਰਦੇ ਭਲਾ? ਵਿਵਸਥਾ ਨੂੰ ਸੁਣਨ ਤੋਂ ਕੀ ਕਰਦੇ ਆ? ਕੰਨ ਫੇਰ ਲੈਂਦੇ ਆ। ਅੱਜ ਮਾਹੌਲ ਜਿਹੜਾ ਨਾ ਇਦਾਂ ਦਾ ਬਣਿਆ ਹੋਇਆ ਹੈ ਨਾ। ਕੀ ਕਰਦੇ ਭਲਾ? ਵਿਵਸਥਾ ਨੂੰ ਸੁਣਨ ਤੋਂ ਕੀ ਕਰਦੇ ਆ? ਕੰਨ ਫੇਰ ਲੈਂਦੇ ਆ। ਤੇ ਇਸੇ ਕਰਕੇ ਫਿਰ ਖੁਦਾ ਨੇ ਇਸ ਮਨੁੱਖ ਜਾਤੀ ਦੇ ਲਈ ਇੱਕ ਸਰਾਪਿਤ ਜਿਹੀ ਇੱਕ ਆਇਤ ਦਿੱਤੀ ਹੈ। ਇਹ ਲੋਕ ਸੁਣਦੇ ਹੋਏ ਵੀ ਨਹੀਂ ਸੁਣਨਗੇ ਤੇ ਸਮਝਦੇ ਹੋਏ ਵੀ ਨਹੀਂ ਸਮਝਣਗੇ, ਕਿਉਂਕਿ ਇਹਨਾਂ ਦੇ ਕੰਨ ਕੀ ਹੋ ਗਏ ਭਲਾ? ਭਾਰੀ ਹੋ ਗਏ ਹਨਾ। ਸੁਣਦੇ ਕੰਨ ਭਾਰੀ ਵੀ ਹੋ ਗਏ ਆ ਤੇ ਕੰਨ ਫੇਰਦੇ ਵੀ ਹੈ ਹਨਾ। ਤੇ ਇਨਸਾਨੀ ਫਿਤਰਤ ਆ ਕਿ ਅਗਰ ਸਾਨੂੰ ਪਤਾ ਲੱਗ ਜਾਵੇ ਨਾ ਕਿ ਕੋਈ ਸਾਡੀ ਗੱਲ ਤੋਂ ਕੰਨ ਫੇਰਦਾ ਹੈ ਤੇ ਜਿਹੜਾ ਬੁੱਧੀਮਾਨ ਮਨੁੱਖ ਆ ਉਹ ਫਿਰ ਕਿਉਂਕਿ ਜਾਣਦਾ ਹੈ ਕਿ ਜਿਹੜੀਆਂ ਕੀਮਤੀ ਗੱਲਾਂ ਆ ਉਹਨਾਂ ਦੀ ਕੀਮਤ ਕੀ ਹੁੰਦੀ ਹੈ ਤੇ ਉਹ ਫਿਰ ਇਹੋ ਜਿਹੇ ਲੋਕਾਂ ਨੂੰ ਗੱਲ ਦੱਸਣੀ ਵੀ ਪਸੰਦ ਨਹੀਂ ਕਰਦਾ। ਜਦੋਂ ਉਹ ਦੇਖ ਲੈਂਦਾ ਹੈ ਕਿ ਲੋਕ ਮੇਰੀ ਇਹ ਜਿਹੜਾ ਬੰਦਾ ਹੈ ਮੇਰੀ ਗੱਲ ਸੁਣਨ ਤੋਂ ਕੀ ਕਰਦਾ ਭਲਾ? ਕੰਨੀ ਕਤਰਾਉਂਦਾ, ਕੰਨ ਫੇਰ ਲੈਂਦਾ ਨਾ। ਅਗਰ ਇਨਸਾਨ ਹੁੰਦਿਆਂ ਹੋਇਆਂ ਅਸੀਂ ਇਹ ਜਜ਼ਬਾ ਰੱਖਦੇ ਹਾਂ ਤੇ ਫਿਰ ਪਰਮੇਸ਼ਵਰ ਸਰਵਸ਼ਕਤੀਮਾਨ ਪਵਿੱਤਰ ਪਰਮੇਸ਼ਵਰ ਜਿਹੜਾ ਉਹਦੀ ਗੱਲ ਸੁਣਨ ਤੋਂ ਫਿਰ ਕੰਨ ਫੇਰਦਾ ਹੈ, ਇੱਕ ਮੌਕਾ ਇਹੋ ਜਿਹਾ ਆਉਂਦਾ ਫਿਰ ਪਰਮੇਸ਼ਵਰ ਗੱਲ ਕਰਨੀ ਵੀ ਬੰਦ ਕਰ ਦਿੰਦਾ। ਹਾਂਜੀ सो लिखा जो अपना कान व्यवस्था के सुनने से फेर लेता है उसकी प्रार्थना घृणित ठहरती है। ਅੱਜ ਸੰਸਾਰ ਦੇ ਵਿੱਚ ਅਸੀਂ ਦੇਖਦੇ ਹਾਂ ਕਈ ਵਾਰ ਇਹਨਾਂ ਗੱਲਾਂ ਨੂੰ ਅਸੀਂ ਰਿਪੀਟ ਬਾਰ-ਬਾਰ ਤਾਂ ਕਰਦੇ ਹਾਂ ਤਾਂ ਕਿ ਲੋਕਾਂ ਨੂੰ ਜਗਾ ਕੇ ਰੱਖੀਏ। ਬਾਰ-ਬਾਰ ਸੰਤਾਂ ਨੇ ਇੱਕ ਗੱਲ ਨੂੰ ਰਿਪੀਟ ਕੀਤਾ। ਵੱਖਰੇ ਸੰਤਾਂ ਨੇ ਵੀ ਇੱਕ ਜਿਹੀ ਗੱਲ ਨੂੰ ਕਈ ਵਾਰ ਕਲੀਸਿਆ ਦੇ ਨਾਲ ਸ਼ੇਅਰ ਕੀਤਾ। ਦੱਸਣ ਵਾਲਾ ਆਤਮਾ ਹੀ ਸੀਗਾ, ਲੇਕਿਨ ਆਤਮਾ ਦੀ ਇਹ ਮਨਸ਼ਾ ਸੀ ਬਾਰ-ਬਾਰ ਲੋਕਾਂ ਨੂੰ ਕੀਤਾ ਜਾਵੇ, ਇਹ ਗੱਲਾਂ ਨੂੰ ਯਾਦ ਦਿਲਾਇਆ ਜਾਵੇ ਹਨਾ। ਸੋ ਇਸੇ ਲਈ ਵਚਨ ਯਾਦ ਦਿਲਾਇਆ ਜਾਂਦਾ, ਬਾਰ-ਬਾਰ ਯਾਦ ਦਿਲਾਇਆ ਜਾਂਦਾ ਤਾਂ ਕਿ ਲੋਕ ਉਸ ਗੱਲ ਨੂੰ ਆਪਣੇ ਮਨ ਦੇ ਵਿੱਚ ਬਿਠਾ ਕੇ ਉਹਦੇ ਅਨੁਸਾਰ ਚੱਲਣ ਦਾ ਜਿਹੜਾ ਆ ਉਹ ਯਤਨ ਕਰਨ। ਹਾਲੇਲੂਇਆ। ਵਿਵਸਥਾ ਤੋਂ ਜਿਹੜਾ ਕੰਨ ਫੇਰਦਾ ਆ ਪਰਮੇਸ਼ਰ ਕਹਿੰਦਾ ਵੀ ਮੈਨੂੰ ਉਹਦੀ ਪ੍ਰਾਰਥਨਾ ਕੀ ਲੱਗਦੀ ਹੈ? ਘਿਨਾਉਣੀ ਲੱਗਦੀ। ਇਹਦਾ ਮਤਲਬ ਜਦੋਂ ਅਸੀਂ ਸੰਸਾਰ ਦੇ ਵਿੱਚ ਦੇਖਦੇ ਹਾਂ ਤੇ ਨਜ਼ਰ ਮਾਰਦੇ ਹਾਂ ਤੇ ਵਿਵਸਥਾ ਨੂੰ ਸੁਣਨ ਵਾਲੇ ਤੇ ਉਂਗਲੀਆਂ ਤੇ ਗਿਣੇ ਜਾ ਸਕਦੇ। ਕੀ ਹੈ ਭਲਾ? ਵਿਵਸਥਾ ਨੂੰ ਸੁਣਨ ਵਾਲੇ ਆ ਜਿਹੜੀਆਂ ਹਜ਼ਾਰਾਂ ਲੱਖਾਂ ਦੀ ਭੀੜ ਆਪਾਂ ਦੇਖਦੇ ਵਿਵਸਥਾ ਨੂੰ ਸੁਣਨ ਲਈ ਨਹੀਂ ਆਏ ਹੁੰਦੇ। ਆਲੇ ਭੰਗੜੇ ਪਾਉਣ ਵਾਸਤੇ ਆਏ ਹੁੰਦੇ ਆ, ਢੋਲ ਢਾਲ ਵਜਾਉਣ ਵਾਸਤੇ। ਇਹਨਾਂ ਨੂੰ ਕੋਈ ਵਿਵਸਥਾ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ। ਪਰਮੇਸ਼ਵਰ ਦੀ ਵਿਵਸਥਾ ਦੇ ਨਾਲ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ। ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ। ਇਹਨਾਂ ਤੇ ਹੁੰਦਾ ਵੀ ਸਾਡੀਆਂ ਆਪਣੀਆਂ ਮੁਰਾਦਾਂ ਜਿਹੜੀਆਂ ਉਹ ਕਿੱਦਾਂ ਪੂਰੀਆਂ ਹੋ ਸਕਦੀਆਂ, ਉਹਦੀ ਵਜ੍ਹਾ ਕਰਕੇ ਆਏ ਹੁੰਦੇ। ਵਿਵਸਥਾ ਤੋਂ ਤੇ ਕੰਨ ਫੇਰਦੇ ਆ, ਵਿਵਸਥਾ ਨੂੰ ਸੁਣਨਾ ਵੀ ਪਸੰਦ ਨਹੀਂ ਕਰਦੇ। ਉੱਥੇ ਬੈਠੇ ਵੀ ਹੁੰਦੇ ਆ ਤੇ ਮਚਲ ਰਹੇ ਹੁੰਦੇ ਆ ਵੀ ਕਿਹੜੇ ਟਾਈਮ ਪਰਮੇਸ਼ਵਰ ਦੀ ਇਸ ਵਿਵਸਥਾ ਦੀਆਂ ਗੱਲਾਂ ਨੂੰ ਖਾਦਮ ਬੰਦ ਕਰੇ ਤੇ ਕਦੋਂ ਇਹ ਸਾਡੇ ਲਈ ਦੁਆ ਕਰੇ। ਵਿਚਾਰ ਭਲਾ ਕਿੱਥੇ ਟਿਕਿਆ ਹੁੰਦਾ ਇਹਨਾਂ ਦਾ? ਕਦੋਂ ਉਹ ਪਾਸਟਰ ਜਿਹਦੇ ਕੋਲੇ ਆਇਆ ਕਦੋਂ ਉਹ ਵਿਵਸਥਾ ਦੀਆਂ ਗੱਲਾਂ ਸੁਣਾਉਣ ਤੋਂ ਬੰਦ ਕਰੇ, ਕਿਉਂਕਿ ਇਹ ਇਹਨਾਂ ਨੂੰ ਕੀ ਲੱਗਦੀਆਂ ਆ? ਇਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ, ਇਹ ਸੁਣਨਾ ਪਸੰਦ ਨਹੀਂ ਕਰਦੇ। ਇਸੇ ਕਰਕੇ ਅਖੀਰ ਦੇ ਵਿੱਚ ਲਗਭਗ 40 ਸਾਲਾਂ ਦੇ ਅੰਤਿਮ ਸਮੇਂ ਵਿੱਚ ਜਾ ਕੇ ਉਹਨਾਂ ਨੇ ਕੀ ਕਹਿਤਾ? ਕਹਿੰਦੇ ਇਸ ਨਿਕੰਮੀ ਰੋਟੀ ਤੋਂ ਸਾਡਾ ਜੀ ਉਕਤਾ ਗਿਆ। ਜਿਹੜੀ 40 ਸਾਲ ਬਿਨਾਂ ਮਿਹਨਤ ਕੀਤੇ ਤੋਂ ਪੱਕੀ ਪਕਾਈ ਮਿਲੀ, ਉਹਦੇ ਬਾਰੇ ਕੀ ਕਹਿੰਦੇ ਭਲਾ? ਇਸ ਨਿਕੰਮੀ ਰੋਟੀ ਤੋਂ।
ਸਾਡਾ ਜੀ ਕੀ ਹੋ ਗਿਆ ਭਲਾ? ਜਿਸ ਰੋਟੀ ਨੇ 40 ਸਾਲ ਭੁੱਖ ਮਿਟਾਈ ਉਹਨੂੰ ਕੀ ਐਂਡ ਤੇ ਆ ਕੇ ਇਹਨਾਂ ਨੇ? ਇਹਦਾ ਮਤਲਬ ਵੀ ਜਦੋਂ ਇਹ ਖਾਂਦੇ ਸੀਗੇ ਉਦੋਂ ਵੀ ਇਹਨਾਂ ਨੂੰ ਦੇ ਅੰਦਰ ਕੋਈ ਸ਼ੁਕਰਗੁਜ਼ਾਰੀ ਨਹੀਂ ਸੀ ਤੇ ਪਰਮੇਸ਼ਵਰ ਇਹਨਾਂ ਸਾਰੀ ਚੀਜ਼ਾਂ ਤੋਂ ਕੀ ਸੀ ਭਲਾ? ਵਾਕਿਫ ਸੀ। ਤੇ ਫਿਰ ਜਿਹੜੀਆਂ ਕੋਠੀਆਂ 'ਚ ਬਹਿ ਕੇ ਦੁਆ ਕਰਦੇ ਸੀ, ਪਰਮੇਸ਼ਵਰ ਸੁਣਦਾ ਹੋਊਗਾ? ਤੇ ਹੁਣ ਸਭ ਤੋਂ ਖਤਰਨਾਕ ਗੱਲ ਕੀ ਹੈ? ਕਹਿੰਦੇ ਇਸ ਨਿਕੰਮੀ ਰੋਟੀ ਤੋਂ ਸਾਡਾ ਜੀ ਉਕਤਾ ਗਿਆ। ਤੇ ਪ੍ਰਭੂ ਯਿਸੂ ਮਸੀਹ ਨੇ ਉਸ ਰੋਟੀ ਬਾਰੇ ਕੀ ਕਿਹਾ ਭਲਾ? ਜੀਵਨ ਦੀ ਰੋਟੀ ਮੈਂ। ਨਹੀਂ, ਪਹਿਲਾਂ ਇਹ ਦੱਸੋ, ਜਿਹੜੀ ਰੋਟੀ ਉੱਪਰ ਉਤਰੀ ਸੀ ਉਹਦੇ ਬਾਰੇ ਕੀ ਯਿਸੂ ਮਸੀਹ ਨੇ ਕਿਹਾ, ਜਿਹਨੂੰ ਕਹਿੰਦੇ ਨਿਕੰਮੀ ਆ? ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ? ਕਹਿੰਦਾ ਉਹ ਜਿਹੜੀ ਰੋਟੀ ਤੁਹਾਡੇ ਬਾਪ ਦਾਦੇ ਨੇ ਖਾਧੀ ਤੇ ਮਰ ਗਏ ਨਾ, ਉਹ ਜਿਹੜੀ ਸਵਰਗ ਤੋਂ ਰੋਟੀ ਉਤਰੀ ਸੀ ਉਹ ਭਲਾ ਕੌਣ ਸੀਗਾ? ਕੌਣ ਸੀਗਾ? ਤੇ ਇਹ ਕੀ ਕਹਿੰਦੇ ਭਲਾ ਉੱਥੇ? ਇਸ ਨਿਕੰਮੀ ਰੋਟੀ। ਕਿਹਨੂੰ ਨਿਕੰਮਾ ਠਹਿਰਾਇਆ ਭਲਾ? ਪ੍ਰਭੂ ਯਿਸੂ ਮਸੀਹ ਨੂੰ ਉਸ ਸਮੇਂ ਉਹਨਾਂ ਲੋਕਾਂ ਨੇ ਕੀ ਠਹਿਰਾਇਆ? ਨਿਕੰਮਾ ਠਹਿਰਾਇਆ। ਕਿਉਂ ਨਿਕੰਮਾ ਠਹਿਰਾਇਆ? ਕਿਉਂਕਿ ਉਹਨਾਂ ਨੂੰ ਇਸ ਰੋਟੀ ਦੀ ਕਦਰ ਦਾ ਪਤਾ ਨਹੀਂ ਸੀ ਤੇ ਉਹ ਤੇ ਨਿਕੰਮਾ ਠਹਿਰਾ ਦਿੰਦੇ ਤੇ ਕੋਈ ਗੱਲ ਨਹੀਂ ਸੀ। ਪਰ ਅੱਜ ਦੀ ਕਲੀਸਿਆ ਨੂੰ ਇਸ ਰੋਟੀ ਦੇ ਬਾਰੇ ਚੰਗੀ ਤਰ੍ਹਾਂ ਪਤਾ ਆ। ਉਹ ਜਿਹੜੀ ਸਵਰਗੋਂ ਰੋਟੀ ਉਤਰੀ ਉਹਦਾ ਨਾਮ ਪ੍ਰਭੂ ਯਿਸੂ ਮਸੀਹ ਆ। ਤੇ ਜਿਹੜਾ ਪ੍ਰਭੂ ਯਿਸੂ ਮਸੀਹ ਨੂੰ ਹੀ ਨਿਕੰਮਾ ਮੰਨਦਾ ਆ, ਉਹਦੀ ਪ੍ਰਾਰਥਨਾ ਪਰਮੇਸ਼ਵਰ ਕਦੇ ਵੀ ਸੁਣ ਸਕਦਾ? ਕਦੇ ਵੀ ਸੁਣ ਸਕਦਾ ਨਹੀਂ। ਕੈਨੇਡਾ ਦੇ ਵਿੱਚ ਲੋਕਾਂ ਦੇ ਹਿਸਾਬ ਦੇ ਨਾਲ ਅਭਿਸ਼ਿਕਤ ਦਾਸ ਆਏ ਸੀਗੇ ਜੀ, ਤੇ ਹੋਟਲ ਦੇ ਵਿੱਚ ਠਹਿਰੇ ਤੇ ਬੰਦਗੀ ਦੇ ਵਿੱਚ ਤੇ ਜਿਹਨਾਂ ਨੇ ਆਉਣਾ ਹੀ ਸੀ ਦੁਆਵਾਂ ਕਰਾਉਣ ਵਾਸਤੇ, ਉਹ ਤੇ ਆਏ ਤੇ ਜਦੋਂ ਉਹਨਾਂ ਦਾ ਉੱਥੇ ਨਾ ਸਰਿਆ ਤੇ ਫਿਰ ਪਤਾ ਲੱਗਾ ਵੀ ਪਾਸਟਰ ਸਾਹਿਬ ਕਿੱਥੇ ਠਹਿਰੇ ਭਲਾ? ਹੋਟਲ ਦੇ ਵਿੱਚ ਠਹਿਰੇ। ਤੇ ਹੋਟਲ ਦੇ ਵਿੱਚ ਮੈਨੇਜਮੈਂਟ ਪੂਰੀ ਬਣਾਈ ਹੋਈ ਸੀ ਉਹਨਾਂ ਨੇ। ਇਹ ਕੋਈ ਝੂਠੀਆਂ ਗੱਲਾਂ ਨਹੀਂ, ਅਸੀਂ ਕਿਸੇ ਦਾ ਦੋਸ਼ ਨਹੀਂ ਲਾ ਰਹੇ। ਲੋਕੀ ਆਪ ਗਵਾਹ ਆ। ਕਈ ਤੇ ਸ਼ਰਮ ਦੇ ਬਾਰੇ ਵੀ ਜਾਂ ਦੱਸਦੇ ਨੇ ਵੀ ਹੁਣ ਕੀ ਆਪਣੀ ਬਦਨਾਮੀ ਕਰਨ ਵਾਲੀ ਗੱਲ ਆ, ਕਹਿੰਦੇ ਵੀ ਝੱਗਾ ਚੁੱਕੋ ਤੇ ਢਿੱਡ ਆਪਣੇ ਨੰਗਾ ਹੋਊਗਾ। ਸੋ ਹੋਟਲ ਦੇ ਬਾਹਰ ਲਾਈਨਾਂ ਲੱਗੀਆਂ ਹੋਈਆਂ ਆ ਤੇ ਪਾਸਟਰ ਸਾਹਿਬ ਦੇ ਕੋਲੋਂ ਪਰਸਨਲ ਕਮਰੇ 'ਚ ਜਾ ਕੇ ਦੁਆ ਕਰਾਉਣੀ ਆ ਤੇ ਫੀਸ ਰੱਖੀ ਗਈ ਰੇਟ। ਘੰਟਾ ਇੰਤਜ਼ਾਰ ਕਰਨਾ ਤੇ 50 ਰੁਪਏ ਆ, 2 ਘੰਟੇ ਇੰਤਜ਼ਾਰ ਕਰਨਾ ਤੇ ਇੰਨੇ ਆ, ਤੇ ਜੇ ਜਲਦੀ ਕਰਨਾ ਫਿਰ 500 ਰੁਪਇਆ ਆ, ਤੇ ਜੇ ਹੋਰ ਜਲਦੀ ਆ ਤੇ ਫਿਰ ਸਾਰਿਆਂ ਵਿੱਚ ਲਾਈਨ ਚੋਂ ਕੱਢ ਕੇ ਤੁਹਾਨੂੰ ਪਹਿਲਾਂ ਲੈ ਜਾਵਾਂਗੇ, ਫਿਰ $1000 ਵੀ ਲੱਗ ਸਕਦਾ। ਤੇ ਲੋਕ ਕਮਲੇ ਹੋਏ ਪਏ ਆ, ਲਾਈਨਾਂ ਲੱਗੀਆਂ ਹੋਈਆਂ ਆ ਤੇ ਉਹ ਕਿਸੇ ਵੀ ਕੀਮਤ ਦੇ ਉੱਤੇ ਕੁਛ ਵੀ ਕੀਮਤ ਦੇ ਕੇ ਇਹ ਸੋਚਦੇ ਆ ਵੀ ਕਿਸੇ ਤਰ੍ਹਾਂ ਸਾਡਾ ਨੰਬਰ ਆਵੇ ਤੇ ਅਸੀਂ ਕੀ ਕਰੀਏ ਜੀ ਭਲਾ? ਜਾ ਕੇ ਤੇ ਖਾਦਮ ਸਾਡੇ ਲਈ ਦੁਆ ਕਰੇ ਤੇ ਜੋ ਅਸੀਂ ਖੁਆਇਸ਼ ਲੈ ਕੇ ਆਏ ਉਹ ਕੀ ਹੋਏ ਭਲਾ? ਪੂਰੀ ਹੋ ਜਾਵੇ। ਇਹ ਉੱਥੇ ਬੰਦਗੀ ਦੇ ਵਿੱਚ ਗਏ ਆ, ਉੱਥੇ ਇਹਨਾਂ ਨੇ ਵਚਨ ਨੂੰ ਸੁਣਿਆ ਆ ਤੇ ਫਿਰ ਇਹਨਾਂ ਨੂੰ ਕੀ ਜ਼ਰੂਰਤ ਪਈ ਆ ਹੋਟਲ ਵਿੱਚ ਜਾ ਕੇ ਖਿਦਮਤਗਾਰ ਨੂੰ ਮਿਲਣ ਦੇ ਵਾਸਤੇ? ਕਿਉਂ ਮਿਲਣ ਗਏ ਆ ਭਲਾ? ਇਹਨਾਂ ਨੂੰ ਉੱਥੇ ਵਚਨ ਦੇ ਨਾਲ ਕੋਈ ਮਤਲਬ ਨਹੀਂ ਸੀ। ਇਹ ਵਚਨ ਸੁਣਨ ਨਹੀਂ ਸੀ ਗਏ। ਇਹਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਲ ਵੀ ਕੋਈ ਮਤਲਬ ਨਹੀਂ ਸੀ। ਇਹਨਾਂ ਦੇ ਲਈ ਪ੍ਰਭੂ ਯਿਸੂ ਮਸੀਹ ਨਹੀਂ ਸੀ ਆਇਆ, ਇਹਨਾਂ ਦੇ ਲਈ ਇੱਕ ਸੇਵਕ ਆਇਆ ਸੀ ਤੇ ਇਹਨਾਂ ਦਾ ਨਿਸ਼ਾਨਾ ਕੀ ਸੀ? ਉਹ ਸੇਵਕ ਹੀ ਸੀਗਾ। ਤੇ ਉਹਨੂੰ ਕੁਛ ਨਾ ਕੁਛ ਦਈਏ ਤੇ ਉਹ ਖੁਸ਼ ਹੋ ਕੇ ਤੇ ਦਿਲੋਂ ਦੁਆ। ਤੇ ਜੇ ਇਸ ਦੁਆ ਦੀ ਕੀਮਤ ਲੈ ਲਈ ਜਾਵੇ, ਉਹ ਦੁਆ ਕਦੇ ਪ੍ਰਭੂ ਦੇ ਹੁਜ਼ੂਰ ਪਹੁੰਚਦੀ? ਕਹਿੰਦਾ ਤੁਸੀਂ ਮੁਫਤ ਲਿਆ ਤੇ ਮੁਫਤ ਹੀ ਬਣਨਾ ਨਾ। ਇਹਦੀ ਕੋਈ ਕੀਮਤ ਇਹਦੀ ਕੀਮਤ ਕੋਈ ਲਾਭ ਨਹੀਂ ਸਕਦਾ, ਕਿਉਂਕਿ ਵਚਨ ਕੀ ਹੈ? ਪ੍ਰਭੂ ਯਿਸੂ ਮਸੀਹ। ਤੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਲਿਖਿਆ ਹੈ ਬੇਸ਼ਕੀਮਤ ਹੀਰਾ, ਬੇਸ਼ਕੀਮਤ ਮੋਤੀ ਹੈ, ਜਿਹਦੀ ਕੋਈ ਮੁੱਲ ਹੈ ਹੀ ਬਹੁਮੁੱਲ ਆ। ਇਹਦੇ ਬਾਰੇ ਲਿਖਿਆ ਵੀ ਜਦੋਂ ਵਪਾਰੀ ਨੂੰ ਪਤਾ ਲੱਗਾ ਨਾ ਤਾਂ ਉਹਨੇ ਸਭ ਕੁਝ ਵੇਚ ਕੇ ਇਹਨੂੰ ਖਰੀਦ ਲਿਆ। ਸੋ ਸਮਝਾਂਗੇ ਗੱਲ ਨੂੰ ਅਸੀਂ ਕਿ ਵਿਵਸਥਾ ਨੂੰ ਤੇ ਅਸੀਂ ਸੁਣਨਾ ਪਸੰਦ ਨਹੀਂ ਕਰਦੇ, ਤੇ ਜਦੋਂ ਵਿਵਸਥਾ ਨੂੰ ਅਸੀਂ ਸੁਣਨਾ ਪਸੰਦ ਨਹੀਂ ਕਰਦੇ ਤੇ ਫਿਰ ਦੁਆ ਦਾ ਭੁੱਲ ਜਾਓ। ਤੇ ਜੇ ਕਿਤੇ ਗਲਤੀ ਨਾਲ ਤੁਹਾਨੂੰ ਇਹ ਮਹਿਸੂਸ ਹੁੰਦਾ ਆ ਵੀ ਦੁਆ ਕਰਦੇ ਆ ਤੇ ਸੁਣੀ ਵੀ ਜਾਂਦੀ ਆ ਤੇ ਉਹਦਾ ਜਵਾਬ ਵੀ ਮਿਲ ਜਾਂਦਾ ਆ, ਤੇ ਇੱਕ ਗੱਲ ਚੇਤੇ ਰੱਖਿਓ, ਇਹ ਪ੍ਰਭੂ ਤੱਕ ਨਹੀਂ ਪਹੁੰਚਦੀ ਦੁਆ। ਇਹ ਦੁਆ ਤੀਸਰੇ ਆਕਾਸ਼ ਤੱਕ ਪਹੁੰਚਦੀ ਨਹੀਂ। ਇਹ ਦੂਸਰੇ ਆਕਾਸ਼ ਦੇ ਵਿੱਚ ਜਿਹੜੀਆਂ ਸ਼ਕਤੀਆਂ ਬੈਠੀਆਂ ਨਾ, ਇਹ ਦੁਆ ਕਿਹਨਾਂ ਤੱਕ ਪਹੁੰਚਦੀ ਹੈ ਭਲਾ? ਇਹ ਉਹਨਾਂ ਤੱਕ ਹੀ ਪਹੁੰਚਦੀ ਆ। ਉਹ ਕਿਹੜੀਆਂ ਸ਼ਕਤੀਆਂ? ਜਿਹਨਾਂ ਬਾਰੇ ਲਿਖਿਆ ਸਵਰਗੀ ਮੁਕਾਮਾਂ ਦੇ ਵਿੱਚ ਬੈਠੀਆਂ। ਇਹ ਦੁਆਵਾਂ ਕਿੱਥੋਂ ਤੱਕ ਪਹੁੰਚਦੀਆਂ? ਫਿਰ ਉੱਥੋਂ ਤੱਕ ਹੀ ਪਹੁੰਚਦੀਆਂ। ਤੇ ਉੱਥੋਂ ਤੱਕ ਵੀ ਕੌਣ ਪਹੁੰਚਣ ਦਿੰਦਾ? ਜਿਹੜਾ ਤੀਸਰੇ ਆਕਾਸ਼ ਤੇ ਬੈਠਾ। ਤੀਸਰੇ ਆਕਾਸ਼ ਦੇ ਮਾਲਕ ਨੇ
ਤੀਸਰੇ ਆਕਾਸ਼ ਦਾ ਨਹੀਂ ਕਵਾਂਗੇ, ਜ਼ਮੀਨੋ ਅਸਮਾਨ ਦੇ ਮਾਲਕ ਔਰ ਖਾਲਕ ਨੇ ਦੂਸਰੇ ਆਕਾਸ਼ ਦੀਆਂ ਸ਼ਕਤੀਆਂ ਨੂੰ ਇਹ ਇਖਤਿਆਰ ਦਿੱਤਾ। ਇਹ ਜੋ ਕਹਿੰਦੇ ਆ ਨਾ ਉਸੇ ਮੁਤਾਬਕ ਤੁਸੀਂ ਕਰੋ, ਤੇ ਉਹ ਕੀ ਕਰਦੀਆਂ? ਉਸੇ ਮੁਤਾਬਕ ਕਰੀ ਜਾਂਦੀਆਂ। ਤੇ ਸਾਨੂੰ ਕੀ ਲੱਗਦਾ ਭਲਾ ਸਾਡੀ ਦੁਆ ਦਾ ਜਵਾਬ ਕਿੱਥੋਂ ਆਇਆ ਭਲਾ? ਤੀਸਰੇ ਆਕਾਸ਼ ਤੋਂ। ਤੇ ਅਸੀਂ ਇਸੇ ਭੁਲੇਖੇ ਦੇ ਵਿੱਚ ਪੈ ਰਹਿੰਦੇ ਆ ਤੇ ਸਾਡਾ ਜੀਵਨ ਜਿਹੜਾ ਇਦਾਂ ਹੀ ਲੰਘ ਜਾਂਦਾ ਹੈ। ਪਰ ਵਚਨ ਨੂੰ ਜੇ ਅਸੀਂ ਸਮਝ ਲਵਾਂਗੇ ਨਾ ਤੇ ਫਿਰ ਸਾਡੀ ਦੁਆ ਜਿਹੜੀ ਕਿੱਥੇ ਤੱਕ ਪਹੁੰਚੂਗੀ? ਫਿਰ ਉਹ ਤੀਸਰੇ ਆਕਾਸ਼ ਦੇ ਮਾਲਕ ਤੱਕ ਪਹੁੰਚੂਗੀ, ਜਿਹਨੂੰ ਅੱਬਾ ਹੇ ਪਿਤਾ ਕਹਿਣ ਦਾ ਇਖਤਿਆਰ ਸਾਨੂੰ ਮਿਲਿਆ ਆ। ਤੇ ਉਹਦੇ ਤੱਕ ਅਗਰ ਅਸੀਂ ਆਪਣੀ ਗੱਲ ਪਹੁੰਚਾਉਣੀ ਆ ਤੇ ਸਿੱਧਾ ਸਿੱਧਾ ਮਤਲਬ ਕੀ ਆ? ਅਸੀਂ ਉਹਦੀ ਵਿਵਸਥਾ ਦੇ ਉੱਤੇ ਕੰਨ ਲਾਈਏ, ਨਾ ਕਿ ਕੰਨ ਨੂੰ ਫੇਰੀਏ। ਹਾਲੇਲੂਇਆ। ਜੇ ਵਿਵਸਥਾ ਤੇ ਕੰਨ ਲਾਵਾਂਗੇ ਤੇ ਸਾਨੂੰ ਆਪਣੇ ਬਾਪ ਦੇ ਨਾਲ ਗੱਲ ਕਰਨ ਦਾ ਤਰੀਕਾ ਆਊਗਾ। ਕੀ ਆਊਗਾ ਭਲਾ? ਤਰੀਕਾ ਆਊਗਾ। ਜਦੋਂ ਤਰੀਕਾ ਹੁੰਦਾ ਨਾ ਉਦੋਂ ਬਾਪ ਖੁਸ਼ ਹੁੰਦਾ ਹੈ। ਕੀ ਹੁੰਦਾ ਭਲਾ? ਜੋ ਤਰੀਕਾ ਹੁੰਦਾ ਉਦੋਂ ਬਾਪ ਖੁਸ਼ ਹੁੰਦਾ। ਕਿਸੇ ਨਾਲ ਗੱਲ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਤੇ ਤੁਹਾਡੇ ਗੱਲ ਕਰਨ ਦੇ ਤਰੀਕੇ ਤੋਂ ਹੀ ਸਾਹਮਣੇ ਵਾਲਾ ਪ੍ਰਭਾਵਿਤ ਹੁੰਦਾ। ਸਾਹਮਣੇ ਵਾਲਾ ਕੌਣ ਹੈ ਭਲਾ? ਜਿਹਦੇ ਨਾਲ ਤੁਸੀਂ ਗੱਲ ਕਰਨ ਜਾ ਰਹੇ ਹੋ, ਪਰਮੇਸ਼ਵਰ ਆ। ਤੇ ਜੇ ਦੁਨੀਆ ਦੇ ਰੁਤਬੇ ਵਾਲੇ ਲੋਕਾਂ ਦੇ ਸਾਹਮਣੇ ਅਸੀਂ ਜਾਂਦੇ ਹੋਏ ਆਪਣੇ ਆਪ ਨੂੰ ਬਿਲਕੁਲ ਠੀਕ ਠਾਕ ਕਰਦੇ, ਸਾਨੂੰ ਪਤਾ ਜਦੋਂ ਅਸੀਂ ਕਮਿਸ਼ਨਰ ਆਫ ਪੁਲਿਸ ਨੂੰ ਮਿਲਣ ਜਾਣਾ ਹੁੰਦਾ ਜਾਂ DC ਨੂੰ ਮਿਲਣ ਜਾਣਾ ਹੁੰਦਾ ਨਾ, ਅਸੀਂ ਬਾਹਰੋਂ ਵੀ ਕਦਮ ਆਪਣੇ ਦੇਖੀਦਾ ਠੀਕ ਠਾਕ ਹੈ ਨਾ, ਮਤਲਬ ਕਹਿਣ ਦਾ ਭਾਵ ਸ਼ੀਸ਼ੇ 'ਚ ਮੂੰਹ ਮਾ ਦੇਖੀਦਾ ਹੈ ਚੰਗਾ, ਮਤਲਬ ਕਹਿਣ ਦਾ ਭਾਵ ਵੀ ਕਿਹਨੂੰ ਜਾ ਰਹੇ ਭਲਾ? ਸ਼ਹਿਰ ਦੇ ਮਾਲਕ ਨੂੰ ਮਿਲਣ ਜਾ ਰਹੇ ਆ, ਪਰਸਨੈਲਿਟੀ ਪੂਰੀ ਆ। ਫਿਰ ਪਤਾ ਹੁੰਦਾ ਹੈ ਅੰਦਰ ਜਾ ਕੇ ਅਸੀਂ ਉਹਦੇ ਨਾਲ ਪੇਸ਼ ਕਿੱਦਾਂ ਆਉਣਾ ਹੈ। ਤੇ ਉਹਨਾਂ ਦੇ ਨਾਲ ਹੀ ਇਹੋ ਜਿਹੇ ਵੱਡੇ ਅਫਸਰ ਗੱਲ ਕਰਦੇ ਆ, ਉਹਨਾਂ ਨੂੰ ਪਤਾ ਲੱਗ ਜਾਂਦਾ ਸਾਹਮਣੇ ਵਾਲਾ ਕਿਹੋ ਜਿਹਾ ਆ ਤੇ ਇਹਦੇ ਨਾਲ ਗੱਲ ਕੀਤੀ ਜਾਵੇ ਕਿ ਨਾ ਕੀਤੀ ਜਾਵੇ। ਬੰਦੇ ਦੀ ਐਂਟਰੀ ਤੋਂ ਹੀ ਪਤਾ ਲੱਗ ਜਾਂਦਾ ਹੈ। ਤੇ ਐਂਟਰੀ ਤੋਂ ਜਦੋਂ ਪਤਾ ਲੱਗ ਜਾਂਦਾ ਅਗਲੇ ਕਹਿੰਦੇ ਬੈਠੋ ਜੀ ਗਿੱਲ ਸਾਹਿਬ। ਤੇ ਕਈ ਵਿਚਾਰੇ ਪਿੱਛੇ ਜਾ ਕੇ ਕੁਰਸੀਆਂ ਤੇ ਖੜੇ ਹੋ ਜਾਂਦੇ ਆ, ਉਹਨਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਜਾਂਦੀ। ਉਹ ਕਹਿੰਦੇ ਕਾਗਜ਼ ਫੜਾਓ ਜੀ, ਤੇ ਮਾਰਕ ਕਰਦੇ, ਕਹਿੰਦੇ ਜਾਓ ਫਲਾਣੇ ਅਫਸਰ ਕੋਲ ਚਲ ਜਾਓ। ਤੇ ਗੱਲ ਕਿਹਨਾਂ ਦਾ ਭਲਾ ਕਰਦਾ? ਅਫਸਰ ਜਿਨ੍ਹਾਂ ਦੇ ਬਾਰੇ ਪਤਾ ਹੁੰਦਾ ਇਹਨਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਆ। ਵਿਵਸਥਾ ਦਾ ਮਾਲੂਮ ਹੋਣਾ ਇੰਨਾ ਕੁ ਜ਼ਰੂਰੀ ਆ ਕਿ ਅਗਰ ਅਸੀਂ ਚਾਹੁੰਦੇ ਆ ਕਿ ਪਰਮੇਸ਼ਵਰ ਦੇ ਨਾਲ ਸਾਡੀ ਵਾਰਤਾਲਾਪ ਸ਼ੁਰੂ ਹੋਵੇ ਤੇ ਪਰਮੇਸ਼ਵਰ ਹੀ ਸਾਡੀਆਂ ਗੱਲਾਂ ਦਾ ਜਵਾਬ ਦੇਵੇ, ਤੇ ਫਿਰ ਜ਼ਰੂਰੀ ਕੀ ਹੈ? ਪਰਮੇਸ਼ਵਰ ਦੇ ਨਾਲ ਸਾਨੂੰ ਗੱਲ ਕਰਨ ਦਾ ਸਲੀਕਾ ਆਵੇ। ਕੀ ਹੋਣਾ ਚਾਹੀਦਾ ਭਲਾ? ਸਲੀਕਾ ਆਵੇ। ਇੱਕ ਔਰਤ ਨੇ ਪ੍ਰਭੂ ਯਿਸੂ ਮਸੀਹ ਨੂੰ ਆਪਣੀ ਗੱਲ ਮਨਵਾਉਣ ਦੇ ਲਈ ਮਜਬੂਰ ਕੀਤਾ। ਕੀ ਕੀਤਾ ਭਲਾ? ਜਿਨ੍ਹਾਂ ਲੋਕਾਂ ਦੇ ਲਈ ਪ੍ਰਭੂ ਯਿਸੂ ਮਸੀਹ ਆਇਆ ਆ ਉਹ ਉਸ ਸਮੇਂ ਦੇ ਮੁਤਾਬਕ, ਕਿਉਂਕਿ ਵਚਨ 'ਚ ਜੋ ਲਿਖਿਆ ਉਹ ਅਸੀਂ ਉਸੇ ਤਰ੍ਹਾਂ ਸਮਝਾਂਗੇ ਕਿ ਪ੍ਰਭੂ ਯਿਸੂ ਮਸੀਹ ਕਹਿੰਦਾ ਮੈਂ ਇਸਰਾਇਲ ਦੀਆਂ ਗੁਆਚੀਆਂ ਹੋਈਆਂ ਭੇਡਾਂ ਨੂੰ ਲੱਭਣ ਤੇ ਉਹਨਾਂ ਨੂੰ ਬਚਾਉਣ ਲਈ ਆਇਆ ਆ। ਪਰ ਜਿਹੜਾ ਅਗਲਾ ਕੰਮ ਸਾਡੇ ਲਈ ਆਇਆ ਹੈ ਉਹ ਪ੍ਰਭੂ ਯਿਸੂ ਮਸੀਹ ਦੀ ਸ਼ਹਾਦਤ ਤੋਂ ਬਾਅਦ ਸ਼ੁਰੂ ਹੋਣਾ ਸੀ। 33.5 ਸਾਲ ਦੀ ਸਮੇਂ ਦੇ ਵਿੱਚ 3.5 ਸਾਲ ਦੀ ਸੇਵਕਾਈ ਕਿਹਨਾਂ 'ਚ ਪ੍ਰਭੂ ਯਿਸੂ ਮਸੀਹ ਕਰ ਰਿਹਾ? ਗੈਰ ਕੌਮਾਂ ਦੇ ਵਿੱਚ ਨਹੀਂ ਹੈ ਸੇਵਕਾਈ। ਕਿਹਦੇ ਵਿੱਚ ਹੈ ਭਲਾ? ਇਸਰਾਇਲ ਦੀਆਂ ਗਵਾਚੀਆਂ ਹੋਈਆਂ ਭੇਡਾਂ ਦੇ ਵਿੱਚ ਆਇਆ। ਉਹ ਅਬਰਾਹਮ ਉਹਨਾਂ ਦੇ ਨਾਲ ਕੀਤੇ ਹੋਏ ਵਾਅਦੇ ਨੂੰ ਪੂਰਾ ਕਰਨ ਦੇ ਵਾਸਤੇ ਆਇਆ। ਅਗਲਾ ਪੀਰੀਅਡ ਸਾਡਾ ਸ਼ੁਰੂ ਹੋਣਾ ਸੀ, ਲੇਕਿਨ ਉੱਥੋਂ ਤੱਕ ਇਹ ਗੱਲਾਂ ਆ। ਤੇ ਇੱਕ ਔਰਤ ਆਪਣੀ ਧੀ ਨੂੰ ਲੈ ਕੇ ਯਿਸੂ ਮਸੀਹ ਦੇ ਕੋਲ ਆ ਗਈ। ਪਹਿਲਾਂ ਤੇ ਕਈਆਂ ਨੇ ਉਹਨੂੰ ਆਉਣ ਨਹੀਂ ਦਿੱਤਾ, ਕਿਉਂਕਿ ਜਾਣਦੇ ਸੀਗੇ ਕਿ ਇਹ ਇਸਰਾਇਲ ਦੇ ਘਰਾਣੇ ਦੀ, ਇਹ ਸਾਡੇ ਵਿੱਚੋਂ ਨਹੀਂ ਆ। ਇਸ ਕਰਕੇ ਉਹਨੂੰ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਣ ਨਹੀਂ ਸੀ ਦਿੱਤਾ ਜਾਂਦਾ। ਕਰ ਕਰਾ ਕੇ ਉਹ ਪ੍ਰਭੂ ਯਿਸੂ ਮਸੀਹ ਦੇ ਕੋਲ ਆ ਗਈ ਤੇ ਆ ਕੇ ਯਿਸੂ ਮਸੀਹ ਦੇ ਅੱਗੇ ਫਰਿਆਦ ਕੀਤੀ। ਤੇ ਫਰਿਆਦ ਕੀ ਕਰਦੀ ਆ? ਵੀ ਮੇਰੀ ਧੀ ਦਾ ਬਦਰੂ ਨੇ ਬੁਰਾ ਹਾਲ ਕੀਤਾ ਹੋਇਆ ਆ ਤੇ ਤੂੰ ਇਹਦੇ ਉੱਤੇ ਕਿਰਪਾ ਕਰ ਦੇ। ਤੇ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਉਹਨੂੰ ਵੀ ਰਾਜਕੁਮਾਰਾਂ ਦਾ ਭੋਜਨ, ਰਾਜਕੁਮਾਰਾਂ ਦੀ ਰੋਟੀ ਕੁੱਤਿਆਂ ਨੂੰ ਨਹੀਂ ਪਾਈਦੀ। ਇੱਥੇ ਸਭ ਤੋਂ ਵੱਡੀ ਗੱਲ ਇੱਕ ਦੇਖੋ, ਪਰਮੇਸ਼ਵਰ ਨੂੰ ਵੀ ਪਤਾ ਆ ਰਾਜਕੁਮਾਰ ਕੌਣ ਆ ਤੇ ਕੁੱਤੇ ਕੌਣ ਆ। ਹੁਣ ਆ ਜਾਓ ਉਸੇ ਗੱਲ ਦੇ ਉੱਤੇ। कौन है भला कुत्ते? जो अपना कान व्यवस्था के सुनने से फेर लेता है।
परमेश्वर किसी का पक्षपात करता नहीं। असी सबे परमेश्वर की किरत आ, उहदे हत्थां दे बनाए हुए आ। परमेश्वर की नज़र दे विच कोई वध ते घट नहीं आ, पर वध ते घट बनदा कदों है? परमेश्वर किसी नूं वध घट रखना चाहुंदा नहीं। वध ते घट दा फर्क कित्थों शुरू हुंदा आ? जिहड़ा उहदी व्यवस्था नूं सुणन तो कंन फेरदा आ, उहदी गिनती आ जांदी आ कुत्तिआं दे विच, ते जिहड़ा उहदी व्यवस्था दे उत्ते कंन लाउंदा आ, उहदी गिनती किह च आउंदी भला? राजकुमारां दे विच। ते प्रभु यीशु मसीह की कहंदा है भला? राजकुमारां ते इह बिगड़े होए राजकुमार आ। ते राजकुमार राजकुमार ही हुंदा भावें बिगड़िआ ही होवे। हालेलुया। की हुंदा भला? राजकुमार दे जिन्हें राजे दे घर दे विच जन्म लिया ना, बेशक भावें बिगड़े होया, लेकिन की है भला? क्यों भला राजकुमार? क्योंकि उन्हें राजे दे घर की लिया? असी बेशक भावें बिगड़े हुए होइए, पर संतान किहदी आ? राजे दी संतान है, बादशाह दी संतान है। ते इत्थे प्रभु यीशु मसीह पहला ते बिगड़िया होया राजकुमारां दे विच आया ना। किहਨਾਂ दे च आया भला? ये बिगड़े हुए राजकुमार आ। ते इन्हां दे विच ਉਹ सारा काम ਜਿਹੜਾ ਜ਼ਰੂਰੀ ਸੀਗਾ ਉਹ ਕਰਦਾ ਪਿਆ ਹੈ, ਤੇ ਉਸੇ ਦੌਰਾਨ ਇਹਨਾਂ ਨੂੰ ਫਿਰ ਇੱਜ਼ਤ ਦਿੰਦਾ। ਬਿਗੜਿਆ ਹੋਇਆ ਨੂੰ ਕੀ ਦਿੰਦਾ ਭਲਾ? ਇੱਜ਼ਤ। ਕਹਿੰਦਾ ਇਹ ਸਾਰਾ ਕੰਮ ਜਿਹੜਾ ਹੈਗਾ ਨਾ, ਇਹ ਰਾਜਕੁਮਾਰਾਂ ਦੇ ਲਈ ਹੋਣਾ ਆ, ਇਹ ਕੁੱਤਿਆਂ ਦੇ ਵਾਸਤੇ ਨਹੀਂ। ਤੇ ਕੁੱਤੇ ਕੌਣ ਹੈ? ਜਿਹੜੇ ਵਿਵਸਥਾ ਨੂੰ ਸੁਣਨ ਤੋਂ ਕੀ ਕਰਦੇ ਭਲਾ? ਅੱਜ ਪੱਲੇ ਬੰਨ ਲਈਏ ਜਾਂ ਤੇ ਬੰਦਗੀ ਚ ਆਈਏ ਨਾ, ਜੈ ਮਸੀਹ ਕੀ ਕਹੀਏ, ਨੀਵੇਂ ਨੀਵੇਂ ਹੋ ਕੇ ਨਿਕਲੀਏ, ਆਪੋ ਆਪਣੇ ਕੰਮ ਕਾਰ ਕਰੋ, आप भी सुखी रहो, सानू भी सुखी रहन दिओ। हालेलुया। इदां दी गल ते हालेलुया नहीं कीदा, विचार करीदा। जां ते फैसला लईए भी व्यवस्था नूं की करना है, सुनना है, ते उन्नू पूरा करन दा पूरा यतन करना है, ते जां फिर टाइम खराब करना बंद करिए, मेरा भी ते अपना भी। अमरीका च आए हैं, डॉलर शालर कमाओ जिहड़े काम लिए आए हैं, ठीक है। मैनूं लगदा भी तुहाडे वस दा काम नहीं है। ते जे समझदे हो भी साडे वस दा आ, ते फिर वचन दसदा है भी कुत्तियां दी गिनती तो बाहर होना है। ते कुत्तियां दी गिनती तो बाहर आउण दे लई की करना पैना भला? इस औरत वांगू प्रभु यीशु मसीह दे दिल नूं जितना पैना है। की करना पैना भला? जितना पैना है। विचार करिए भी प्रभु यीशु मसीह ने एडी वड्डी गल कही है, एक प्रभु होके वो इहो जी गल करदा है, जबकि प्रभु यीशु मसीह बहुत सहनशीलता, बड़ा ही नम्र है। एक औरत दे नाल इस तरीके दे नाल गल करनी, असल दे विच यीशु मसीह इस औरत नूं बेइज्जत नहीं कर रहा। जे असीं कहिए कि यीशु मसीह ने उस औरत की बेइज्जती की, यीशु मसीह उस औरत की बेइज्जती नहीं कर रहा, बल्कि राजकुमारां नूं उन्हां दी अहमियत समझा रहा है। जिन्हां दे लई आया, जिन्हां नूं कदर नहीं ना, उन्हां नूं अहमियत समझा रहा है। पर उन्हां दे ਕੰਨ ਦੇ ਉੱਤੇ ਕੀ ਕਹਿੰਦੇ? ਫਿਰ ਵੀ ਜੂ ਰੇਂਗੀ, ਜੂ ਨਹੀਂ ਸਰਕੀ, ਹੈ ਨਾ। ਪਰ ਇਹ ਔਰਤ ਸਮਝ ਗਈ, ਰਾਜकुमाਰਾਂ ਨੇ ਨਹੀਂ ਪਛਾਣਿਆ ਆਪਣੇ ਬਾਪ ਨੂੰ, ਪਰ ਇਹ ਪਛਾਣਦੀ ਹੈ। ਇਹਨੂੰ ਪਤਾ ਵੀ ਹੁਣ ਦੁਬਾਰਾ ਇਹਦੇ ਤੱਕ ਆਉਣ ਦਾ ਮੈਨੂੰ ਮੌਕਾ ਮਿਲਣਾ ਨਹੀਂ, ਇਹ ਸ਼ਾਇਦ ਮੇਰਾ ਪਹਿਲਾ ਤੇ ਆਖਰੀ ਮੌਕਾ ਆ, ਤੇ ਜੇ ਮੈਂ ਇਹ ਖੁੰਝਾ ਗਈ ਤੇ ਫਿਰ ਮੁਸ਼ਕਲ ਆ। ਤੇ ਇਸ ਕਰਕੇ ਇਹਦੀ ਹੁਣ ਇਸ ਗੱਲ ਦਾ ਕੋਈ ਗੁੱਸਾ ਕਰਨ ਦੀ ਵੀ ਜ਼ਰੂਰਤ ਨਹੀਂ। ਅਸੀਂ ਹੈਗੇ ਕੁੱਤੇ ਆ। ਕੀ ਹੈ ਭਲਾ? ਇਸ ਔਰਤ ਦੀ ਮਹਾਨਤਾ ਕੀ ਹੈ ਭਲਾ? ਅਸੀਂ ਹੈਗੇ ਕੁੱਤੇ ਆ। ਇਹ ਔਰਤ ਪੂਰੇ ਇਸਰਾਇਲ ਦੇ ਉੱਤੇ ਇੱਕ ਚੈਲੰਜ ਆ। ਇੱਕ ਪਾਸੇ ਪੂਰਾ ਇਸਰਾਇਲ ਨੂੰ ਖੜਾ ਕਰੋ, ਤੇ ਦੂਜੇ ਪਾਸੇ ਇਸ ਔਰਤ ਨੂੰ ਉਸ ਜਗ੍ਹਾ ਦੇ ਉੱਤੇ ਖੜੀ ਕਰੋ। ਉਸ ਸਮੇਂ ਤੇ ਪੂਰੇ ਇਸਰਾਇਲ ਨੂੰ ਸ਼ਰਮਿੰਦਾ ਕਰਨ ਵਾਲੀ ਇਹ ਔਰਤ ਆ। ਰਾਜकुमार ਹੁਣ ਕੁੱਤਿਆਂ ਦੀ ਜਗ੍ਹਾ ਦੇ ਉੱਤੇ, ਤੇ ਕੁੱਤੇ ਕੀ ਆ ਭਲਾ? ਰਾਜकुमाਰਾਂ ਦੀ ਜਗ੍ਹਾ ਉੱਤੇ ਆ ਗਏ ਆ। ਇਸ ਤਰੀਕੇ ਦੇ ਨਾਲ ਪ੍ਰਭੂ ਦੇ ਦਿਲ ਨੂੰ ਖੁਸ਼ ਕਰਨ ਦੀ ਜ਼ਰੂਰਤ ਆ।
ਕਹਿੰਦੀ ਕੋਈ ਗੱਲ ਨਹੀਂ ਜੀ, ਤੁਸੀਂ ਜੋ ਕਹਿ ਰਹੇ ਹੋ ਨਾ ਬਿਲਕੁਲ ਸਿਰ ਮੱਥੇ ਆ, ਤੁਹਾਡੀ ਗੱਲ ਗਲਤ ਨਹੀਂ, ਅਸੀਂ ਵਾਕਿਆ ਕੁੱਤੇ ਹਾਂ। ਕੀ ਆ ਭਲਾ? ਅਸੀਂ ਵਾਕਿਆ ਕੀ ਆ? ਕੁੱਤੇ ਹੀ ਆ। ਕਿਉਂ ਕੁੱਤੇ ਆ ਭਲਾ? ਅਸੀਂ ਉਸ ਵਿਵਸਥਾ ਤੋਂ ਕੰਨ ਫੇਰਿਆ ਜਿਹੜੀ ਵਿਵਸਥਾ ਸਾਨੂੰ ਜੀਵਨ ਦੇ ਸਕਦੀ ਸੀ ਤੇ ਸਾਡਾ ਜੀਵਨ ਬਚਾ ਸਕਦੀ ਸੀ। ਅਸੀਂ ਉਸ ਵਿਵਸਥਾ ਤੋਂ, ਸਾਡੇ ਪੁਰਖਾਂ ਨੇ ਉਸ ਵਿਵਸਥਾ ਤੋਂ ਕੰਨ ਫੇਰਿਆ। ਪਰ ਮੇਰਾ ਕੀ ਕਸੂਰ ਆ? ਜੇ ਸਾਡੇ ਪੁਰਖਾਂ ਨੇ ਇਹ ਗਲਤੀ ਕੀਤੀ ਵੀ ਤੇਰੀ ਵਿਵਸਥਾ ਨੂੰ ਨਹੀਂ ਸੁਣਿਆ, ਤੇ ਮੇਰਾ ਕੀ ਕਸੂਰ ਆ? ਮੇਰੇ ਅੰਦਰ ਤੇ ਈਮਾਨ ਆ ਨਾ, ਤਾਂ ਹੀ ਤੇ ਮੈਂ ਆਈ ਨਾ। ਕੀ ਹੈ ਭਲਾ? ਮੈਂ ਤੇ ਈਮਾਨ ਦੇ ਨਾਲ ਆਈ ਆ। ਉਹਨਾਂ ਮੇਰੇ ਪੁਰਖਾਂ ਨੇ ਗਲਤੀ ਕੀਤੀ ਤੇ ਮੈਨੂੰ ਮੈਂ ਉਹਦੀ ਸਜ਼ਾ ਕਿਉਂ ਪਾਵਾਂ? ਮੇਰੇ ਪੁਰਖ ਕੁੱਤੇ ਸੀ ਤੇ ਮੈਂ ਉਹਦੀ ਸਜ਼ਾ ਕਿਉਂ ਪਾਵਾਂ? ਮੈਂ ਤੇ ਤੇਰੇ ਕੋਲ ਆ ਗਈ ਆ। ਤੇ ਕਿੱਥੋਂ ਤਕਲੀਮਾਂ ਕਰਦੀ ਆ? ਅਸੀਂ ਬੜੀ ਵਾਰੀ ਸੁਣਿਆ, ਕਹਿੰਦੀ ਵੀ ਜਿਹੜਾ ਮੇਜ਼ ਤੋਂ ਝੂਰ ਭੂਰ ਡਿੱਗਦਾ ਨਾ, ਰਾਜਕੁਮਾਰਾਂ ਦੀ ਮੇਜ਼ ਤੋਂ, ਉਹ ਤੇ ਕੁੱਤਿਆਂ ਦੇ ਹਿੱਸੇ ਦਾ। ਇੱਕ ਪਾਸੇ ਇਹ ਔਰਤ ਆ ਜਿਹੜੀ ਝੂਰ ਭੂਰ ਨੂੰ ਗ੍ਰਹਿਣ ਕਰਨ ਦੇ ਲਈ ਤਿਆਰ ਆ। ਕਿਉਂ? ਕਿਉਂਕਿ ਉਹਨੂੰ ਪਤਾ ਹੈ ਇਹ ਝੂਰ ਭੂਰ ਵੀ ਇਹਦੇ ਵਿੱਚੋਂ ਨਿਕਲ ਰਿਹਾ ਹੈ। ਹਾਲੇਲੂਇਆ। ਤੇ ਦੂਜੇ ਪਾਸੇ ਉਹ ਕੀ ਕਹਿੰਦੇ ਆ ਭਲਾ? ਇਸ ਨਿਕੰਮੀ ਰੋਟੀ ਤੋਂ ਸਾਡੀ ਕੀ ਹੋ ਗਈ ਭਲਾ? ਜਾਨ। ਸਾਡੀ ਜਾਨ ਅੱਕ ਗਈ ਆ, ਸਾਡੀ ਜਾਨ ਉਕਤਾ ਗਈ ਆ। ਉਹ ਜਿਹੜੇ ਰਾਜਕੁਮਾਰ ਆ ਉਹਨਾਂ ਦੇ ਭਾਸ਼ਾ ਕੀ ਸੁਣਦੇ ਪੁਰਖਾਂ ਦੀ? ਇਸ ਨਿਕੰਮੀ ਰੋਟੀ ਤੋਂ ਸਾਡੀ ਜਾਨ ਉਕਤਾ ਗਈ ਆ। ਤੇ ਇਹ ਔਰਤ ਕੀ ਕਹਿ ਰਹੀ ਆ? ਉਹਦਾ ਝੂਰਾ ਭੂਰਾ ਵੀ ਸਾਨੂੰ ਨਸੀਬ ਹੋ ਜਾਵੇ ਤੇ ਬੜੀ ਵੱਡੀ ਗੱਲ ਹੈ। ਇਸ ਕਰਕੇ ਕਹਿੰਦੀ ਜਿਹੜਾ ਝੂਰਾ ਭੂਰਾ ਡਿੱਗਦਾ ਨਾ, ਉਹ ਤੇ ਕੁੱਤੇ ਖਾ ਹੀ ਲੈਂਦੇ ਆ, ਤੇ ਸਾਨੂੰ ਤੂੰ ਕੁੱਤੇ ਹੀ ਸਮਝ ਲਾ। ਹੁਣ ਦੱਸੋ ਵੀ ਪ੍ਰਭੂ ਯਿਸੂ ਮਸੀਹ ਇਹਦੀ ਗੱਲ ਦੇ ਉੱਤੇ ਫੁੱਲ ਚੜਾਵੇ ਕਿ ਨਾ ਚੜਾਵੇ? ਕਿਉਂ? ਕਿਉਂਕਿ ਉਹਦੇ ਬਾਰੇ ਚ ਲਿਖਿਆ ਉਹ ਪੱਖਪਾਤ ਕਰਨ ਵਾਲਾ ਖੁਦਾ ਨਹੀਂ, ਉਹ ਪੱਖਪਾਤ ਕਰਦਾ ਹੀ ਨਹੀਂ ਆ। ਉਹਨੇ ਤਾਂ ਲਿਖ ਕੇ ਦਿੱਤਾ ਆ, ਵਿਵਸਥਾ ਵਾਲੇ ਜੇ ਵਿਵਸਥਾ ਵਾਲੇ ਕੰਮ ਨਾ ਕਰਨ ਤੇ ਉਹ ਵਿਵਸਥਾ ਵਾਲੇ ਨਹੀਂ ਆ। ਤੇ ਜਿਹੜੇ ਵਿਵਸਥਾ ਵਾਲੇ ਨਹੀਂ ਆ, ਅਗਰ ਉਹ ਵਿਵਸਥਾ ਵਾਲੇ ਕੰਮ ਕਰਦੇ ਆ ਤੇ ਉਹਨਾਂ ਕੋਲ ਵਿਵਸਥਾ ਬੇਸ਼ੱਕ ਨਾ ਹੁੰਦਿਆਂ ਹੋਇਆਂ ਵੀ ਉਹ ਵਿਵਸਥਾ ਵਾਲੇ ਮੰਨੇ ਜਾਣਗੇ। ਇਸ ਕਰਕੇ ਉਹਦੇ ਹਜ਼ੂਰ ਪੱਖਪਾਤ ਨਹੀਂ ਹੁੰਦਾ। ਹੁਣ ਉਹਨੂੰ ਰਾਜਕੁਮਾਰਾਂ ਦੇ ਨਾਲ ਨਾਲ ਇਸ ਔਰਤ ਦੇ ਬਾਰੇ ਵੀ ਸੋਚਣਾ ਪੈਣਾ ਆ। ਤਕਰੀਬਨ 5000 ਲੋਕ ਔਰਤਾਂ ਤੇ ਬੱਚਿਆਂ ਤੋਂ ਬਿਨਾਂ ਸੁਣ ਰਹੇ ਸੀ ਜਦੋਂ ਯਿਸੂ ਮਸੀਹ ਪਹਾੜੀ ਉਪਦੇਸ਼ ਕਰ ਰਿਹਾ ਸੀ। ਤੇ ਆਏ ਕਿੰਨੇ ਬੰਦੇ ਉਹਦੇ ਕੋਲ ਭਲਾ? ਜਿਹਨਾਂ ਨੂੰ ਉਪਦੇਸ਼ ਕਰ ਰਿਹਾ ਸੀ ਨਾ, ਉਹਨਾਂ ਵਿੱਚੋਂ ਨਹੀਂ ਉਹਦੇ ਲਾਗੇ ਕੋਈ ਪਿਆ। ਉਹਨਾਂ ਵਿੱਚੋਂ ਕੋਈ ਨਹੀਂ ਆਇਆ। ਲਿਖਿਆ ਇੱਕ ਦੂਰ ਸੀਗਾ ਬੰਦਾ। ਏਦਾਂ ਨਹੀਂ ਲਿਖਿਆ ਦੂਰ ਆ, ਬਚਨ ਦੱਸਦਾ ਵੀ ਦੂਰ ਸੀਗਾ। ਕਿਉਂਕਿ ਉਹ ਵਿੱਚ ਆ ਕੇ ਬਹਿ ਹੀ ਨਹੀਂ ਸੀ ਸਕਦਾ, ਉਹਦੀ ਜਗ੍ਹਾ ਹੀ ਨਹੀਂ ਸੀ ਉੱਥੇ ਬੈਠਣ ਦੀ। ਕਿਉਂਕਿ ਕੋੜੀ ਸੀਗਾ। ਤੇ ਕੋੜੀ ਦੇ ਲਈ ਸ਼ਰਤ ਕੀ ਸੀਗੀ ਵੀ ਕੋੜੀ ਜਿਹੜਾ ਆ ਉਹ ਲੋਕਾਂ ਦੇ ਲਾਗੇ ਆ ਸਕਦਾ। ਕੋੜੀ ਦੇ ਗਲ ਦੇ ਵਿੱਚ ਕੋੜੇਪਨ ਦੀ ਤਖਤੀ ਪਾਈ ਹੋਈ ਆ, ਤੇ ਉਹਨੂੰ ਉਹਦੇ ਲਾਗੇ ਕਿਉਂ ਆਉਣ ਦੀ ਕੋਸ਼ਿਸ਼ ਕਰੇ ਤੇ ਉਹ ਦੂਰ ਭਜਾਉਂਦਾ ਉਹਨੂੰ। ਆਹ ਦੇਖੋ ਤਖਤੀ, ਮੈਂ ਕੋੜੀ ਆ, ਮੇਰੇ ਲਾਗੇ ਨਹੀਂ ਆਉਣਾ। ਹਜ਼ਾਰਾਂ ਦੀ ਭੀੜ ਯਿਸੂ ਮਸੀਹ ਨੂੰ ਸੁਣ ਰਹੀ ਆ, ਇੱਕ ਦੂਰ ਬੈਠਾ ਕੋੜੀ ਵੀ ਸੁਣ ਰਿਹਾ। ਹੁਣ ਸੁਣਨ ਵਾਲਿਆਂ 'ਚ ਫਰਕ ਆ। ਹੁਣ ਜਿਹੜੇ ਲਾਗੇ ਹੋ ਕੇ ਸੁਣਦੇ, ਪਤਾ ਨਹੀਂ ਉਹਨਾਂ ਵਿੱਚ ਕਿਸੇ ਤੋਂ ਕੋਈ ਫਰਕ ਪਿਆ ਕਿ ਨਹੀਂ ਪਿਆ। ਪਰ ਇੱਕ ਦੂਰ ਸੀਗਾ ਜਿਹਨੇ ਵਿਵਸਥਾ ਉੱਤੇ ਕੰਨ ਲਾਏ ਸੀ ਸੁਣਨ। ਉਹ ਦੂਰੋਂ ਵਿਵਸਥਾ ਨੂੰ ਸੁਣਦਾ ਪਿਆ ਸੀਗਾ। ਦੂਰੋਂ ਸੁਣ ਕੇ ਉਹਦੇ ਅੰਦਰ ਏਡਾ ਈਮਾਨ ਪੈਦਾ ਹੋਇਆ, ਆ ਕੇ ਯਿਸੂ ਮਸੀਹ ਦੇ ਅੱਗੇ ਗੋਡੇ ਟੇਕ ਕੇ ਬਹਿ ਗਿਆ। ਵਿਵਸਥਾ ਨੇ ਉਹਦੇ ਅੰਦਰ ਇੰਨਾ ਜ਼ੋਰ ਭਰਿਆ, ਵਿਵਸਥਾ ਸੁਣ ਕੇ ਉਹਦੇ ਅੰਦਰ ਇੰਨਾ ਜੋਸ਼ ਆਇਆ ਕਿ ਉਹ ਭੁੱਲ ਗਿਆ ਕਿ ਮੈਂ ਕੀ ਹਾਂ ਭਲਾ। ਭੁੱਲ ਗਿਆ ਮੈਂ ਕੋੜੀ ਹਾਂ। ਭੁੱਲ ਗਿਆ ਕੋੜੀ ਦਾ ਮਤਲਬ ਕੀ ਹੈ। ਹੈਗਾ ਤੇ ਕੋੜੀ, ਉਹਨੂੰ ਪਤਾ ਇਸ ਚੀਜ਼ ਦਾ ਵੀ ਮੈਂ ਕੋੜੀ ਹਾਂ। ਭੁੱਲ ਗਿਆ ਕੋੜੀ ਵਾਲੇ ਕਾਨੂੰਨਾਂ ਨੂੰ। ਭੁੱਲ ਗਿਆ ਕਿ ਮੈਂ ਕਿਸੇ ਇਨਸਾਨ ਦੇ ਲਾਗੇ ਜਾ ਸਕਦਾ ਨਹੀਂ। ਭੁੱਲ ਗਿਆ ਕਿ ਜੇ ਮੈਂ ਕਿਸੇ ਦੇ ਲਾਗੇ ਗਿਆ ਤੇ ਪੱਥਰ ਮਾਰ ਕੇ ਮੈਨੂੰ ਮਾਰ ਦਿੱਤਾ ਜਾਣਾ ਆ। ਸਾਰੀਆਂ ਚੀਜ਼ਾਂ ਭੁੱਲ ਗਿਆ। ਵਿਵਸਥਾ ਨੇ ਇੰਨਾ ਜ਼ੋਰ ਭਰ ਦਿੱਤਾ। ਸਾਰੇ ਕੋੜੀ ਦੇ ਲਈ ਜਿਹੜੇ ਕਾਇਦੇ ਕਾਨੂੰਨ ਸੀ, ਸਾਰੇ ਦੇ ਸਾਰੇ ਕੀ ਹੋ ਗਏ ਭਲਾ? ਭੁੱਲ ਗਏ। ਉਹਨੂੰ ਭੁੱਲੇ ਕਿਉਂ? ਕਿਉਂਕਿ ਜੇ ਤੇ ਉਹ ਭੁੱਲ ਕੇ ਗਲਤੀ ਕਰਕੇ ਆਇਆ, ਫਿਰ ਤੇ ਸਜ਼ਾ ਹੈ ਉਹਦੇ ਲਈ।
ਪਰ ਵਿਵਸਥਾ ਸੁਣ ਕੇ ਉਹਨੂੰ ਇੱਕ ਗੱਲ ਪਤਾ ਲੱਗੀ, ਹੁਣ ਭੱਜ ਕੇ ਮੈਂ ਜਿਹਦੇ ਕੋਲ ਜਾਣ ਲੱਗਾ ਨਾ, ਇਹ ਤੇ ਵਿਵਸਥਾ ਦੇਣ ਵਾਲਾ ਕੀ ਹੈ ਭਲਾ? ਇਹ ਉਹ ਆ ਜਿਹਨੇ ਵਿਵਸਥਾ ਦਿੱਤੀ ਸੀ, ਇਹ ਉਹ ਆ ਜਿਹਨੇ ਮੇਰੇ ਲਈ ਇਹ ਕਾਨੂੰਨ ਠਹਿਰਾਇਆ ਸੀ। ਦੁਨੀਆ ਦੇ ਕਿਸੇ ਇਨਸਾਨ ਦੇ ਕੋਲ ਮੈਂ ਜਾ ਸਕਾਂ ਤੇ ਭਾਵੇਂ ਨਾ ਜਾ ਸਕਾਂ, ਇਹਦੇ ਕੋਲ ਜਾ ਸਕਦਾ ਆ, ਕਿਉਂਕਿ ਇਹਨੂੰ ਜੇ ਮੇਰੇ ਕੋਲ ਗਿਆ ਵੀ ਤੇ ਮੇਰਾ ਕੋਡ ਇਹਨੂੰ ਹੋਣ ਵਾਲਾ ਨਹੀਂ। ਜੇ ਮੈਨੂੰ ਛੂਹ ਵੀ ਲਿਆ ਤੇ ਇਹ ਕੋੜੀ ਹੋਣ ਵਾਲਾ ਨਹੀਂ ਹੈ, ਇਹ ਤੇ ਲੋਕਾਂ ਦੇ ਕੋੜਾਂ ਨੂੰ ਚੰਗਾ ਕਰਨ ਵਾਲਾ ਆ। ਵਿਵਸਥਾ ਨੇ ਇੰਨਾ ਜ਼ੋਰ ਭਰਿਆ ਉਹਦੇ ਵਿੱਚ। ਸਾਡੇ ਅੰਦਰ ਅੱਜ ਵਿਵਸਥਾ ਨੇ ਕੀ ਕੀਤਾ? ਬੋਲੋ ਜੀ। 4000 ਰੁਪਏ ਚ ਚਰਚ ਮਿਲਦਾ ਪਿਆ, ਪਾਰਕਿੰਗ ਆ 20 ਗੱਡੀਆਂ ਦੀ, ਬੜੇ ਵਧੀਆ ਢੰਗ ਨਾਲ ਬੰਦਗੀ ਉੱਥੇ ਹੋ ਸਕਦੀ ਹੈ। 4000 ਰੁਪਇਆ ਕਿਰਾਇਆ ਮਹੀਨੇ ਦਾ, 600 ਰੁਪਇਆ ਨਹੀਂ ਤੁਹਾਡੇ ਕੋਲ ਦਿੱਤਾ ਜਾਂਦਾ ਕਿਸੇ ਕੋਲ ਵੀ। ਘਰ ਦੇ ਰੈਂਟ ਤੁਸੀਂ 2-2000 ਰੁਪਇਆ ਦਿੰਦੇ ਆ, ਜੇ ਕੱਲ ਨੂੰ 2500 ਹੋ ਗਿਆ ਉਹ ਵੀ ਤੁਸੀਂ ਦੇਣਾ ਆ। ਉਹਦੇ ਲਈ ਤੁਸੀਂ ਉਪਰਾਲੇ ਕਰ ਲੈਣੇ, ਸਭ ਕੋਈ ਭੱਜ ਦੌੜ ਕਰ ਲੈਣੀ, ਨਿਊ ਜਰਸੀ ਤੱਕ, ਪੈਨਸਿਲਵੇਨੀਆ ਤੱਕ ਵੀ ਚੱਲ ਜਾਣਾ। ਹਾਂਜੀ, ਵਿਵਸਥਾ ਹੁਣ ਕੀ ਕਹਿੰਦੀ ਹੈ? ਕੀ ਹੈ ਭਲਾ ਵਿਵਸਥਾ ਹੁਣ ਕੀ ਕਹਿੰਦੀ ਹੈ ਭਲਾ? ਜਿਸ ਪਰਮੇਸ਼ਵਰ ਨੇ ਤੈਨੂੰ ਜੀਵਨ ਦਿੱਤਾ, ਤੇਰੇ ਕੋਲ ਜੋ ਕੁਛ ਵੀ ਹੈਗਾ ਕਿਹਦਾ ਭਲਾ? ਪਰਮੇਸ਼ਵਰ। ਤੇ ਜੇ ਡਾਨੇ ਲਾਇਆ ਤੇ ਫਿਰ ਵੀ ਤੇ ਭੁਗਤਣਾ ਪੈਣਾ। ਤੇ ਫਿਰ ਕੀ ਬਣਦਾ ਭਲਾ? ਡੰਨ ਕਿਸੇ ਕੰਮ ਵੀ ਆਉਣਾ, ਡੰਨ ਦਾ ਕੋਈ ਅਜਰ ਵੀ, ਤੇ ਉਹਦੇ ਨਾਲ ਚੰਗਾ ਇਹ ਨਹੀਂ ਫਿਰ ਦਾਨ ਕਰੀਏ। ਡੰਨ ਦਾ ਤੇ ਕੋਈ ਅਜਰ ਵੀ ਨਹੀਂ ਮਿਲਣਾ, ਦਾਨ ਦਾ ਫਿਰ ਵੀ ਅਜਰ ਹੈਗਾ। ਔਰ ਅਜਰ ਇੱਥੇ ਮਿਲੇ ਨਾ ਮਿਲੇ, ਪਰ ਉਹਦੇ ਹਜ਼ੂਰ। ਇਸ ਲਈ ਕਹਿੰਦਾ ਇਹ ਧਰਤੀ ਉੱਤੇ ਨਹੀਂ ਬਲਕਿ ਕਿੱਥੇ ਧਨ ਜੋੜ ਭਲਾ, ਜਿੱਥੇ ਕੀੜਾ ਖਾਂਦਾ ਨਹੀਂ ਹੈ। ਸੋ ਵਿਚਾਰ ਕਰਨਾ ਹੈ। ਵਿਵਸਥਾ ਨੂੰ ਸੁਣਿਆ ਤੇ ਕੀ ਅਸਰ ਹੋਇਆ? ਆ ਫੇਸਬੁੱਕ ਤੇ ਵੀ ਲੋਕੀ ਸੁਣਦੇ ਹੋਣੇ ਆ, ਜਿੰਨੇ ਵੀ ਜੁੜੇ ਹੋਏ ਆ, ਇਹਨਾਂ ਦੇ ਲਈ ਵੀ ਇਹ ਵਚਨ। ਮਸਲਾ ਹੈਗਾ ਕਿ ਸੇਵਾ ਨੂੰ ਅੱਗੇ ਲਿਜਾਇਆ ਜਾਵੇ। ਸੇਵਕ ਕੁਛ ਨਹੀਂ ਮੰਗਦਾ, ਪਰ ਸੇਵਕ ਜੇ ਕੁਛ ਨਹੀਂ ਮੰਗਦਾ ਤੇ ਸੇਵਾ ਦੇ ਲਈ ਤਾਂ ਕੁਛ ਕਰ ਲਓ। ਹਾਂਜੀ, ਕਿ ਅਸੀਂ ਹੁਣ ਇੰਨੇ ਢੀਠ ਮਨ ਹੋ ਗਏ ਆ ਵੀ ਦਸ਼ਮਾਂਸ਼ ਵੀ ਬੰਦ ਕਰਾ ਦਿੱਤਾ, ਤੁਹਾਡਾ ਮੈਂਬਰਸ਼ਿਪਾਂ ਵੀ ਬੰਦ ਕਰਾਤੀਆਂ ਸਾਰੀਆਂ। ਪਹਿਲਾਂ ਸਾਰੀਆਂ ਜਗ੍ਹਾ ਤੇ ਦਿੰਦੇ ਸੀ, ਸਭ ਕੁਝ ਬੰਦ ਕਰਾ ਦਿੱਤਾ, ਤੇ ਇੱਥੇ ਹੁਣ ਚਰਚ ਦਾ ਕਿਰਾਇਆ ਵੀ ਦਿੱਤਾ ਜਾਂਦਾ ਨਹੀਂ। ਤੇ ਕਿਤੇ ਅਸੀਂ ਵੀ ਤਾਂ ਇਹ ਨਹੀਂ ਕਹਿ ਰਹੇ ਇਸ ਨਿਕੰਮੀ ਰੋਟੀ ਤੋਂ ਮੇਰੀ ਜਾਨ ਉਕਤਾ ਗਈ। ਹਾਂਜੀ, ਤੇ ਹੁਣ ਸਾਰਿਆਂ ਨੇ ਮੀਟਿੰਗ ਕਰਿਆ ਕਰੋ। ਮੈਂ ਤਾਂ ਦੱਸਿਆ ਮੈਨੂੰ ਨਾ ਕਦੀ ਵਿੱਚ ਮੀਟਿੰਗ ਤੇ ਬਿਠਾਇਆ ਕਰੋ, ਕਿਉਂਕਿ ਮੈਨੂੰ ਕਿਹੜਾ ਪੈਸੇ ਦੇਣੇ ਆ। ਤੇ ਤੁਸੀਂ ਆਪ ਮੀਟਿੰਗਾਂ ਕਰਿਆ ਕਰੋ ਤੇ ਦੇਖੋ ਵੀ ਅਸੀਂ ਪ੍ਰਭੂ ਦੇ ਇਸ ਕੰਮ ਨੂੰ ਜੇ ਤੇ ਅੱਗੇ ਵਧਾਉਣਾ ਆ ਤੇ ਫਿਰ ਫੈਸਲਾ ਕਰਕੇ ਮੈਨੂੰ ਦੱਸੋ। ਤੇ ਨਹੀਂ ਤੇ ਮੈਂ ਤੇ ਫੈਸਲਾ ਕਰ ਲਿਆ ਹੋਇਆ, ਹੁਣ ਮੈਂ ਦੁਬਾਰਾ ਚਰਚ ਨੂੰ ਚਲਾਉਣਾ ਨਹੀਂ ਹੈ। ਮੈਨੂੰ ਇਦਾਂ ਜ਼ਿਆਦਾ ਠੀਕ ਲੱਗਦਾ ਪਿਆ, ਕਿਉਂਕਿ ਜਿੰਨਿਆਂ ਨੂੰ ਮੈਂ ਸੁਣਾਇਆ ਇੱਥੇ ਉਹਨਾਂ ਉੱਤੇ ਮੈਨੂੰ ਲੱਗਦਾ ਵੀ ਵਿਵਸਥਾ ਦਾ ਕੋਈ ਅਸਰ ਹੋਣਾ ਤੇ ਹੋਇਆ ਨਹੀਂ ਹੈ। ਪਰ ਜਿਹੜੇ ਸੁਣਦੇ ਆ ਨਾ ਫੇਸਬੁੱਕ ਦੇ ਦੁਆਰਾ, ਉਹਨਾਂ ਦੇ ਤੇ ਮੇਰੇ ਕੋਲ ਕਮੈਂਟ, ਸਭ ਕੁਛ, ਉਹਨਾਂ ਦੀ ਈਮੇਲਾਂ, ਸਭ ਕੁਛ ਮੇਰੇ ਕੋਲ ਪਿਆ ਰਿਕਾਰਡ ਦੇ ਤੌਰ ਦੇ ਉੱਤੇ। ਤਰਸਦੇ ਆ ਲੋਕ ਵੀ ਸਾਨੂੰ ਬਚਨ ਮਿਲੇ। ਪਿਛਲੇ ਦੇਖ ਰਹੇ ਨਾ ਵਿਊ ਕਿੰਨੇ ਸੀ ਪਿਛਲੇ ਸੰਡੇ ਦੇ। ਕਹਿੰਦੇ ਕੋਣ ਜਿਹੜੇ ਆਪਣੇ ਨੂੰ ਉੱਥੇ ਮੰਨਦੇ ਨਾ, ਮਤਲਬ ਸੇਵਕ, ਤਾਂ ਉਹਨਾਂ ਦੇ ਉਹਨੇ ਵਿਊ ਨਹੀਂ ਹੁੰਦੇ ਜਿੰਨੇ ਵਿਊ ਲੋਕਾਂ ਦੇ ਹੁੰਦੇ। ਕਿਉਂ ਭਲਾ? ਇਹਦਾ ਮਤਲਬ ਸੁਣਦੇ ਆ ਤੇ ਫਿਰ ਵਚਨ ਤੇ ਉਹਨਾਂ ਨੂੰ ਸੁਣਾਇਆ ਜਾਵੇ ਨਾ ਜਿਹੜੇ ਸੁਣਦੇ ਆ ਨਾ। ਤੇ ਵਚਨ ਕੰਮ ਵੀ ਫਿਰ ਉਹਨਾਂ ਚ ਕਰੂਗਾ ਜਿਹੜੇ ਵਿਵਸਥਾ ਨੂੰ ਸੁਣਦੇ ਆ। ਇਸ ਔਰਤ ਨੇ ਯਿਸੂ ਮਸੀਹ ਨੂੰ ਮਜਬੂਰ ਕਰ ਦਿੱਤਾ ਕਿ ਬੇਸ਼ੱਕ ਤੇਰੀ ਨਜ਼ਰ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਸਾਡੀ ਹਾਲਤ ਕੁੱਤਿਆਂ ਵਰਗੀ ਆ, ਕਿਉਂਕਿ ਅਸੀਂ ਵਿਵਸਥਾ ਦੇ ਸੁਣਨ ਤੋਂ ਸਾਡੇ ਪੁਰਖਾਂ ਨੇ ਕੰਨ ਫੇਰਿਆ। ਪਰ ਮੈਂ ਤੇ ਵਿਵਸਥਾ ਨੂੰ ਸੁਣ ਕੇ ਤੇਰੇ ਕੋਲ ਆਈ ਨਾ, ਤੇ ਤੇਰੇ ਵਚਨ 'ਚ ਇਹ ਲਿਖਿਆ ਵੀ ਜਿਹੜਾ ਵਿਵਸਥਾ ਨੂੰ ਸੁਣਨ ਤੋਂ ਕੰਨ ਫੇਰਦਾ ਆ ਉਹਦੀ ਪ੍ਰਾਰਥਨਾ ਘੜਾਉਣੀ ਲੱਗਦੀ ਆ। ਪਰ ਮੈਂ ਤੇ ਵਿਵਸਥਾ ਉੱਤੇ ਕੰਨ ਲਾਇਆ ਆ, ਤੇ ਜਿਹਨੇ ਹੁਣ ਲਾਇਆ ਆ ਉਹਦੀ ਦੁਆ ਪਰਮੇਸ਼ਵਰ ਨੂੰ ਸੁਣਨੀ ਪੈਣੀ ਆ ਤੇ ਉਹਦਾ ਜਵਾਬ ਵੀ ਦੇਣਾ। ਤੇ ਯਿਸੂ ਮਸੀਹ ਫਿਰ ਉਹ ਜਿਹੜੇ ਨਾਲ ਬੈਠੇ ਨਾ ਰਾਜਕੁਮਾਰ ਉਹਦੇ, ਉਹਨਾਂ ਦੀਆਂ ਸ਼ਕਲਾਂ ਵੱਲ ਦੇਖਦਾ ਆ ਤੇ ਫਿਰ ਉਸ ਔਰਤ ਵੱਲ ਦੇਖਦਾ ਤੇ ਕਹਿੰਦਾ ਏਡੀ ਵੱਡੀ ਨਿਹਚਾ, ਏਡਾ ਵੱਡਾ ਵਿਸ਼ਵਾਸ ਮੈਂ ਪੂਰੇ ਇਸਰਾਇਲ ਦੇ ਵਿੱਚ ਨਹੀਂ ਦੇਖਿਆ। ਪੂਰੇ ਇਸਰਾਇਲ ਨੂੰ ਇੱਕ ਔਰਤ ਸ਼ਰਮਿੰਦਾ ਕਰ ਗਈ, ਕਿਉਂਕਿ ਯਿਸੂ ਮਸੀਹ ਦੇ ਨਾਲ ਗੱਲ ਕਰਨ ਦਾ ਤਰੀਕਾ ਸੀ ਉਹਨੂੰ। ਸਾਨੂੰ ਤੇ ਪ੍ਰਾਰਥਨਾ ਵੀ ਨਹੀਂ ਕਰਨੀ ਉਹਨੇ, ਇਹ ਤੇ ਕਈ ਵਾਰੀ ਮੰਗਤਿਆਂ ਵਾਂਗੂ ਪ੍ਰਾਰਥਨਾ ਕਰਦੇ ਆ। ਕੀ ਕਰਦੇ ਭਲਾ?
ਸਾਡੀ ਪ੍ਰਾਰਥਨਾ ਮਾਰੇ ਚਲੇ ਪ੍ਰਭੂ ਜੀ ਬੱਖੀ ਟੁੱਟਣ ਤੇ ਆ ਗਈ ਹੁਣ ਬਣਨਾ ਕੀ ਮਸਲਾ ਕੀ ਬਣ ਗਿਆ ਤੂੰ ਕਿੱਦਾਂ ਦਾ ਨਿਰਦਈ ਹੋ ਗਿਆ ਤੈਨੂੰ ਦੇਖ ਤੇ ਸਾਡੀ ਹਾਲ ਦਾ ਪਤਾ ਨਹੀਂ ਲੱਗਦਾ ਤਰਲੇ ਪਾਉਣ ਲੱਗ ਪੈਂਦੇ ਨਾ ਥੋੜੀ ਜਿਹੀ ਮੁਸੀਬਤ ਕੀ ਪਾਉਣ ਲੱਗ ਪੈਂਦੇ ਭਲਾ ਤਰਲੇ ਪਾਉਣ ਲੱਗ ਪੈਂਦੇ ਆ ਤੇ ਕਿਸੇ ਨੂੰ ਮੰਗਿਆ ਨਹੀਂ ਕੁਛ ਮਿਲਦਾ ਤੇ ਕਿਸੇ ਨੂੰ ਬਿਨ ਮੰਗਿਆ ਸਭ ਕੁਛ ਮਿਲ ਜਾਂਦਾ ਹੈ। ਇੱਕ ਨੇ ਮਜਬੂਰ ਕਰ ਦਿੱਤਾ ਆ ਕਿ ਇਸਰਾਇਲ ਪੂਰਾ ਇੱਕ ਪਾਸੇ ਤੇ ਇਹ ਇੱਕ ਪਾਸੇ ਤੇ ਦੂਜੇ ਨੇ ਹਜ਼ਾਰਾਂ ਦੀ ਭੀੜ ਦੇ ਵਿੱਚੋਂ ਆ ਕੇ ਯਿਸੂ ਮਸੀਹ ਦੇ ਅੱਗੇ ਗੋਡੇ ਟੇਕੇ ਆ ਤੇ ਇੱਕੋ ਹੀ ਗੱਲ ਕੀਤੀ ਆਉਂਦੇ ਸਾਰ ਹੀ ਬੜੀ ਜ਼ਬਰਦਸਤ। ਹੁਣ ਇੱਥੇ ਵਿਚਾਰ ਕਰੋ ਹਜ਼ਾਰਾਂ ਦੀ ਭੀੜ ਜਿਹੜੀ ਸੀ ਨਾ ਅਸਲ ਦੇ ਵਿੱਚ ਉਹ ਕੋੜੀ ਸੀਗੀ ਕਿੱਥੋਂ ਭਲਾ ਇਹ ਦਿਲ ਦੇ ਕੋੜੀ ਸੀਗੇ ਇਹ ਬਦਨ ਦਾ ਕੋੜੀ ਸੀ ਬਦਨ ਦੇ ਕੋੜੀ ਦਾ ਤੇ ਏਦਾਂ ਚੁਟਕੀ ਦੇ ਵਿੱਚ ਇਲਾਜ ਹੋ ਜਾਂਦਾ ਹੈ ਪਰ ਜਿਹੜਾ ਦਿਲ ਦਾ ਕੋੜੀ ਨਾ ਤੇ ਅਸੀਂ ਵਿਚਾਰ ਕਰੀਏ ਕਿ ਤੇ ਅਸੀਂ ਦਿਲ ਦੇ ਕੋੜੀ ਤਾਂ ਨਹੀਂ ਕਿਉਂਕਿ ਬਦਨ ਦੇ ਕੋੜੀ ਨੇ ਕਿਹਾ ਪੈਂਦੀ ਸੱਟੇ ਹੇ ਯਿਸੂ ਮਹਾਰਾਜ ਜੇ ਤੂੰ ਚਾਵੇਂ ਤੇ ਮੈਂ ਸ਼ੁੱਧ ਹੋ ਸਕਦਾ ਕੈਸਾ ਕੌਨਫੀਡੈਂਸ ਹੈ ਜੀ ਤੇ ਯਿਸੂ ਮਸੀਹ ਨੇ ਵੀ ਜਿਆਦੀਆਂ ਇੱਧਰ ਉੱਧਰ ਘੁਮਾ ਘੁੰਮ ਕੇ ਗੱਲਾਂ ਨਹੀਂ ਕੀਤੀਆਂ ਕਹਿੰਦਾ ਮੈਂ ਚਾਹੁੰਦਾ ਤੂੰ ਸ਼ੁੱਧ ਹੋ ਜਾ ਤੇ ਲਿਖਿਆ ਉਹਦਾ ਕੋਡ ਉਸੇ ਘੜੀ ਜਾਂਦਾ ਰਿਹਾ ਦੁਆਵਾਂ ਜਿਹੜੀਆਂ ਲੋਕੀ ਕਰਦੇ ਇਹ ਦੁਆਵਾਂ ਨਹੀਂ ਰੱਬ ਦੇ ਨਾਲ ਗੱਲ ਕਰਨੀ ਆ ਇਹਨੂੰ ਦੁਆ ਕਹਿੰਦੇ ਆ ਕਿ ਉਹਦੀ ਦੁਆ ਕਿੱਦਾਂ ਦੀ ਸੀ ਜੀ ਲਿਖਿਆ ਸਾਰੀ ਰਾਤ ਫਰਿਸ਼ਤੇ ਨਾਲ ਕੀ ਕਰਦਾ ਰਿਹਾ ਕੁਸ਼ਤੀ ਇਹ ਕਿੱਦਾਂ ਦੀ ਦੁਆ ਸੀ ਜਿਹੜੀ ਕੁਸ਼ਤੀ ਬਣ ਗਈ ਦੁਆ ਕਿੱਦਾਂ ਦੀ ਆ ਪਰਮੇਸ਼ਵਰ ਦੇ ਨਾਲ ਏਡਾ ਕਿ ਲਵਲੀਨ ਹੋ ਗਿਆ ਕਹਿੰਦਾ ਅਚਾਨਕ ਤੀਸਰੇ ਆਕਾਸ਼ ਤੇ ਉਠਾਇਆ ਗਿਆ ਅਸੀਂ ਜ਼ਮੀਨ ਦੇ ਵਿੱਚ ਹੀ ਧੱਸ ਜਾਂਦੇ ਹਾਂ ਤੀਸਰੇ ਆਕਾਸ਼ ਵੱਲ ਤੇ ਅਸੀਂ ਕਦੇ ਜਾ ਹੀ ਪਾਉਂਦੇ ਜਾ ਹੀ ਨਹੀਂ ਪਾਉਂਦੇ ਕਿਉਂ ਇਹਦਾ ਮਤਲਬ ਸਿੱਧਾ ਸਿੱਧਾ ਆ ਕਿ ਜਦੋਂ ਚੇਲਿਆਂ ਨੂੰ ਪਤਾ ਲੱਗਿਆ ਨਾ ਤੇ ਕਹਿੰਦੇ ਸਾਨੂੰ ਪ੍ਰਾਰਥਨਾ ਕਰਨੀ ਸਿਖਾ ਤੇ ਵਿਚਾਰੇ ਕਈ ਮਿਸ਼ਨਾਂ ਵਾਲੇ ਆ ਨਾ ਉਹਨਾਂ ਨੇ ਫਿਰ ਉਹ ਸਿਖਾਉਣੀਆਂ ਸ਼ੁਰੂ ਕਰਤੀਆਂ ਉਸ ਵਿੱਚ ਉਹਦਾ ਮੀਨਿੰਗ ਕੁਛ ਹੋਰ ਸੀਗਾ ਲੇਕਿਨ ਇਹਨੇ ਕਰਤਾ ਇਹਨੇ ਤਾਂ ਕਿਤਾਬਾਂ ਹੀ ਛਪਾਤੀਆਂ ਹਾਂਜੀ ਆਹ ਦੁਆ ਜੀ ਤੇ ਜੇ ਤੁਸੀਂ ਵਿਆਹ ਹੈ ਤਾਂ ਫਿਰ ਆਹ ਦੁਆ ਪੜ੍ਹਨੀ ਹੈ ਜੇ ਤੁਸੀਂ ਜਨਾਜ਼ਾ ਫਿਰ ਆਹ ਦੁਆ ਪੜ੍ਹਨੀ ਹੈ ਉਹਨੇ ਦੁਆਵਾਂ ਲਿਖ ਕੇ ਦੇ ਦਿੱਤੀਆਂ ਫਿਰ ਲੇਕਿਨ ਪ੍ਰਭੂ ਯਿਸੂ ਮਸੀਹ ਨੇ ਦੁਆ ਸਿਖਾਈ ਦਾ ਮਤਲਬ ਸੀਗਾ ਤਰੀਕਾਕਾਰ ਵੀ ਤੁਸੀਂ ਆਪਣੇ ਬਾਪ ਦੇ ਨਾਲ ਕਿਵੇਂ ਗੱਲ ਕਰਨੀ ਆ ਤੁਹਾਨੂੰ ਗਿੜਗਿੜਾਉਣ ਦੀ ਜ਼ਰੂਰਤ ਤੁਸੀਂ ਮੰਗਤੇ ਨਹੀਂ ਆ ਤੁਸੀਂ ਪੁੱਤਰ ਹੋ ਤੇ ਪੁੱਤਰ ਬਾਪ ਦੇ ਨਾਲ ਗੱਲ ਕਰਦਾ ਆ ਬਾਪ ਦੇ ਅੱਗੇ ਤਰਲੇ ਨਹੀਂ ਪਾਉਂਦਾ ਤੇ ਜੇ ਪੁੱਤਰ ਨੇ ਗਲਤੀ ਕੀਤੀ ਆ ਤੇ ਫਿਰ ਪੁੱਤਰ ਦੇ ਲਈ ਜ਼ਰੂਰੀ ਹੈ ਕਿ ਉਹ ਪਛਤਾਪ ਤੇ ਜੇ ਪੁੱਤਰ ਸਹੀ ਚੱਲਦਾ ਤੇ ਫਿਰ ਅਧਿਕਾਰ ਦੇ ਨਾਲ ਬਾਪ ਦੇ ਨਾਲ ਗੱਲ ਕਰੇ ਉਹ ਸਾਡੇ ਕੋਲ ਦੋ ਰੈਫਰੈਂਸ ਜਿਹੜੇ ਅਸੀਂ ਕਈ ਵਾਰੀ ਦੇਖੇ ਆ ਇੱਕ ਚਲੇ ਗਿਆ ਸਭ ਕੁਝ ਉਜਾੜ ਕੇ ਵਾਪਸ ਆ ਗਿਆ ਇਹ ਹੁਣ ਬਾਪ ਦੇ ਨਾਲ ਸੰਬੰਧ ਬਣਾਊਗਾ ਤੇ ਜ਼ਰੂਰੀ ਆ ਕਿ ਪਹਿਲਾਂ ਮਨ ਦੇ ਵਿੱਚ ਕੀ ਲਾਵੇ ਭਲਾ ਪਛਤਾਪ ਲਾਵੇ ਜਦੋਂ ਵਾਪਸ ਆ ਗਿਆ ਤੇ ਬਾਪ ਨੂੰ ਪਤਾ ਲੱਗ ਗਿਆ ਕਿ ਪਛਤਾਪ ਦੇ ਨਾਲ ਹੀ ਆਇਆ ਆ ਲੇਕਿਨ ਜਿਹੜਾ ਘਰ ਬੈਠਾ ਉਹਨੇ ਅਧਿਕਾਰ ਦੇ ਨਾਲ ਕਿਹਾ ਨਾ ਕਹਿੰਦਾ ਵੀ ਇਹ ਆਇਆ ਤੇ ਤੂੰ ਇੰਨਾ ਕੁਛ ਕੀਤਾ ਮੈਂ ਤੇ ਤੇਰੀ ਸਾਰੀਆਂ ਗੱਲਾਂ ਮੰਨਦਾ ਤੂੰ ਮੇਰੇ ਲਈ ਤੇ ਇਦਾਂ ਦਾ ਕੰਮ ਕੀਤਾ ਨਹੀਂ ਕਹਿੰਦਾ ਪੁੱਤਰ ਜੋ ਕੁਛ ਮੇਰਾ ਉਹ ਤੇਰਾ ਹੀ ਆ ਤੈਨੂੰ ਕਹਿਣ ਦੀ ਜ਼ਰੂਰਤ ਨਹੀਂ ਤੈਨੂੰ ਕਹਿਣ ਦੀ ਜ਼ਰੂਰਤ ਨਹੀਂ ਇਹ ਚਲੇ ਗਿਆ ਸੀਗਾ ਇਸ ਲਈ ਇਹਦੇ ਲਈ ਸਭ ਕੁਛ ਕਰਨਾ ਬੜਾ ਜ਼ਰੂਰੀ ਸੀਗਾ ਇਹ ਨਾਤਾ ਤੋੜ ਕੇ ਗਿਆ ਸੀਗਾ ਇਹਨੂੰ ਹੁਣ ਇਦਾਂ ਦਾ ਨਾ ਲੱਗੇ ਵੀ ਅਸੀਂ ਇਹਨੂੰ ਕੀ ਕਰਦੇ ਆ ਭਲਾ ਸਾਡੇ ਵਿੱਚ ਤਾਂ ਕੋਈ ਨਿਕਲ ਜਾਵੇ ਜੇ ਉਹਨੂੰ ਵਾਪਸ ਦੁਬਾਰਾ ਮਿਲਾਉਣਾ ਪਹਿਲਾਂ ਉਹਨੂੰ ਜਲੀਲ ਕਰੀਦਾ ਤੂੰ ਏਦਾਂ ਮੈਨੂੰ ਕਿਹਾ ਸੀ ਨਾ ਚੇਤਾ ਆਇਆ ਤੈਨੂੰ ਅੱਜ ਆ ਗਿਆ ਨਾ ਮੇਰੇ ਕੋਲ ਨਿਕਲ ਗਿਆ ਤੇਰੀ ਆਕੜ ਆਇਆ ਨਾ ਹੁਣ ਜੁੱਤੀ ਥੱਲੇ 100 ਪਹਿਲਾਂ ਉਹਨੂੰ ਗੱਲਾਂ ਸੁਣਾਉਣੀਆਂ ਤੇ ਫਿਰ ਕਿਤੇ ਜਾ ਕੇ ਉਹਨੇ ਕਹਿਣਾ ਚੱਲ ਕੋਈ ਗੱਲ ਨਹੀਂ ਹੁਣ ਗੁੱਸਾ ਨਾ ਕਰੀ ਪਹਿਲਾਂ ਜਲੀਲ ਵੀ ਪੂਰਾ ਕਰਦਾ ਫੇਰ ਕਹਿਣਾ ਹੁਣ ਗੁੱਸਾ ਨਾ ਇਹ ਕਿੱਦਾਂ ਦੀ ਮਾਫੀ ਵੀ ਜਿਹੜੀ ਤੁਸੀਂ ਜਲੀਲ ਕਰਕੇ ਦੇਣੀ ਅਗਲੇ ਨੂੰ ਗੱਲ ਤੇ ਕਰੋ ਹੀ ਨਾ ਤੇ ਇਹ ਹੈ ਤੁਹਾਡਾ ਵੱਡਾਪਨ ਤੇ ਅਗਲੇ ਪਤਾ ਲੱਗੇ ਹਾਂ ਵੀ ਵਾਕਿਆ ਮੈਨੂੰ ਕੀ ਕਰਦਾ ਭਲਾ ਮਾਫ ਕਰਦਾ ਤੇ ਮੈਨੂੰ ਪਿਆਰ ਕਰਦਾ ਹੈ ਤੇ ਹੁਣ ਉਹਨੇ ਕੀ ਕਿਹਾ ਕਹਿੰਦਾ ਵੀ ਅਜੋ ਵਿਚਾਰ ਹੀ ਕਰਦਾ ਹੁੰਦਾ ਪਿਆ ਕਹਿੰਦਾ ਮੈਂ ਆਪਣੇ ਬਾਪ ਨੂੰ ਜਾਵਾਂਗਾ ਤੇ ਬਾਪ ਨੂੰ ਜਾ ਕੇ ਕਹਾਂਗਾ ਬਾਪ ਮੈਂ ਤੇਰਾ ਪੁੱਤਰ ਕਹਾਉਣ ਦੇ ਲਾਇਕ ਨਹੀਂ ਤੂੰ ਮੈਨੂੰ ਕੀ ਕਰ ਭਲਾ ਆਪਣੇ ਇੱਕ ਨੌਕਰ ਜਾਏ ਉਹ ਤੇ ਮਨ 'ਚ ਇਹ ਵਿਚਾਰਾ ਕਰਦਾ ਹੁੰਦਾ ਪਿਆ ਤੇ ਅਜੋ ਕਹਿੰਦਾ ਹੀ ਆ ਤੇ ਬਾਪ ਉਹਦੀ ਗੱਲ ਨੂੰ ਸੁਣਦਾ ਹੀ ਨਹੀਂ ਕਿਉਂਕਿ ਕਹਿੰਦਾ ਤੂੰ ਵਾਪਸ ਆ ਗਿਆ ਬਸ ਇੰਨਾ ਹੀ ਕਾਫੀ ਆ ਤੂੰ ਮੰਨ ਲਈ ਆਪਣੀ ਗਲਤੀ ਬਸ ਇੰਨਾ ਹੀ ਕਾਫੀ ਹੈ ਤੇਰੇ ਮਨ 'ਚ ਪਛਤਾਪ ਆ ਗਿਆ ਬਸ ਇੰਨਾ ਹੀ ਕਾਫੀ ਦੁਨੀਆ ਦਾ ਬਾਪ ਤੇ ਬੇਸ਼ੱਕ ਸਾਡੇ ਮਨ ਤੋਂ ਸਾਨੂੰ ਨਾ ਜਾਣਦਾ ਹੋਵੇ
पर ਉਹਦੇ ਬਾਰੇ ਤੇ ਲਿਖਿਆ ਦਿਲਾਂ ਤੇ ਗੁਰਦਿਆਂ ਨੂੰ ਜਾਂਚਣ ਵਾਲਾ ਆ। ਤੇ ਜਦੋਂ ਅਸੀਂ ਮਨ ਤੋਂ ਪਛਤਾਪ ਕਰਕੇ ਉਹਦੇ ਵੱਲ ਵਾਪਸ ਆਉਨੇ ਆ ਤੇ ਉਹਨੂੰ ਪਤਾ ਆ, ਫਿਰ ਸਾਨੂੰ ਜ਼ਿਆਦਾ ਸ਼ਬਦਾਂ ਦੀ ਜ਼ਰੂਰਤ ਨਹੀਂ ਹੈ। ਤੇ ਜੇ ਅਸੀਂ ਚਾਹੁੰਦੇ ਹਾਂ ਸਾਡੀਆਂ ਦੁਆਵਾਂ ਇਸ ਤਰੀਕੇ ਨਾਲ ਮੰਨੀਆਂ ਜਾਣ ਕਿ ਪ੍ਰਭੂ ਯਿਸੂ ਮਸੀਹ ਸਾਡੀਆਂ ਦੁਆਵਾਂ ਦੇ ਉੱਤੇ ਗਵਾਹੀ ਦੇਵੇ। ਇਸ ਔਰਤ ਜਿਹਾ ਵਿਸ਼ਵਾਸ ਮੈਂ ਇਸਰਾਇਲ ਦੇ ਵਿੱਚ ਦੇਖਿਆ ਨਹੀਂ ਆ। ਪੱਲਾ ਛੂਹਣ ਵਾਲੀ ਦੇ ਲਈ ਕਿਹਾ ਸੀ ਨਾ, ਕੈਸਾ ਵਿਸ਼ਵਾਸ ਆ। ਬੋਲੀ ਕੁਛ ਨਹੀਂ, ਸਿਰਫ ਕੀ ਕੀਤਾ, ਪੱਲਾ ਛੂਹਿਆ ਤੇ ਯਿਸੂ ਮਸੀਹ ਕਹਿੰਦਾ ਮੇਰੇ ਅੰਦਰੋਂ ਤਾਕਤ ਨਿਕਲੀ ਹੈ। ਈਮਾਨ ਕੈਸਾ ਹੋਣਾ ਚਾਹੀਦਾ ਭਲਾ? ਯਿਸੂ ਦੇ ਅੰਦਰੋਂ ਤਾਕਤ ਨੂੰ ਖਿੱਚੋ, ਉਹਨੂੰ ਉਹਦੇ ਅੰਦਰ ਕੁਛ ਹੋਵੇ, ਉਹਨੂੰ ਪਤਾ ਲੱਗੇ ਕੋਈ ਮੇਰੇ ਕੋਲ ਆਇਆ ਆ। ਅਸੀਂ ਤਾਂ ਉਹਨੂੰ ਹਲੂਣਾ ਐਸਾ ਦਿੰਨੇ ਆ, ਉਹ ਕਹਿੰਦਾ ਯਾਰ ਤੂੰ ਮੇਰੇ ਕੋਲ ਆਇਆ ਕਦ ਨਹੀਂ ਹੈ। ਹਾਂਜੀ, ਅਸੀਂ ਹਲੂਣਾ ਵੀ ਦਿੰਨੇ ਤਾਂ ਵੀ ਨਹੀਂ ਉਹ ਸੁਣਦਾ। ਕਹਿੰਦਾ ਨਾ ਤੇਰੀ ਸੁਣਨੀ ਮੈਂ ਤੇਰੀ ਤੇ, ਕਿਉਂਕਿ ਮੈਨੂੰ ਤੇਰੀ ਆਦਤ ਤੋਂ ਚੰਗੀ ਤਰ੍ਹਾਂ ਪਤਾ ਹੈ, ਤੇਰੀ ਨੀਅਤ ਤੋਂ ਮੈਂ ਚੰਗੀ ਤਰ੍ਹਾਂ ਵਾਕਫ ਹੈ। ਤੂੰ ਮੰਗਦਾ ਆ ਪਰ ਬਦਨੀਤੀ ਨਾ ਮੰਗਦਾ, ਇਸ ਕਰਕੇ ਤੈਨੂੰ ਮਿਲਣਾ ਨਹੀਂ ਹੈ। ਇਹਨਾਂ ਨੇ ਮੰਗਿਆ ਕੁਛ ਨਹੀਂ। ਇੱਕ ਆਈ ਚੁੱਪ ਕਰਕੇ ਪਰਦੇ ਨਾਲ ਪੱਲਾ ਛੂ ਲਿਆ, ਇੱਕ ਆਈ ਸਾਰਿਆਂ ਦੇ ਸਾਹਮਣੇ ਉਹਨੇ ਐਲਾਨ ਕਰ ਦਿੱਤਾ, ਬਿਲਕੁਲ ਜੀ ਸਾਡੇ ਬਾਪ ਦਾਦਿਆਂ ਨੇ ਕੰਨ ਫੇਰੇ ਸੀਗੇ। ਵਾਕਿਆ ਹੀ ਜਦੋਂ ਕੁੱਤੇ ਸੀ ਤੇ ਕੁੱਤਿਆਂ ਦੀ ਸੰਤਾਨ ਤੇ ਕਤੂਰੇ ਹੋਣੇ ਆ, ਪਰ ਕਹਿੰਦੀ ਕਤੂਰੇ ਖਾ ਵੀ ਲੈਂਦੇ ਆ, ਮੇਜ਼ ਤੋਂ ਡਿੱਗਿਆ ਹੋਇਆ। ਸਾਨੂੰ ਏਦਾਂ ਦੇ ਸਮਝ ਲਾ। ਇਸ ਹੱਦ ਤੱਕ ਪ੍ਰਭੂ ਦੇ ਨਾਲ ਅਸੀਂ ਵਾਰਤਾਲਾਪ ਕਰੀਏ ਕਿ ਪ੍ਰਭੂ ਨੂੰ ਆਪਣੀ ਗੱਲ ਸੁਣਨ ਦੇ ਲਈ ਤੇ ਉਹਦੇ ਉੱਤੇ ਕੰਮ ਕਰਨ ਦੇ ਲਈ ਮਜਬੂਰ ਕਰ ਦਈਏ, ਇੰਨਾ ਉਹਦੇ ਦਿਲ ਨੂੰ ਖੁਸ਼ ਕਰੀਏ। ਔਰ ਇਹ ਕਿਦੋਂ ਹੋਣਾ ਹੈ? ਜਦੋਂ ਅਸੀਂ ਉਹਦੀ ਵਿਵਸਥਾ ਤੇ ਕੀ ਲਾਵਾਂਗੇ ਭਲਾ? ਅਸੀਂ ਰੋਜ਼ਿਆਂ ਦੇ ਨਾਲ ਸਾਰਾ ਹਫਤਾ ਗਲਤੀ ਕਰਕੇ ਤੇ ਬਾਅਦ ਵਿੱਚ ਐਂਡ ਤੇ ਜਾ ਕੇ ਕੰਮ ਵੀ ਕੀਤਾ ਤੇ ਉਹ ਅਗਲਾ ਕਹਿੰਦਾ ਚੈੱਕ ਨਹੀਂ ਮਿਲਣਾ, ਹੁਣ ਤੁਹਾਨੂੰ ਪੈਸੇ ਨਹੀਂ ਮਿਲਣੇ, ਤੇ ਅਸੀਂ ਬਹਿਣਾ ਰੋਜ਼ੇ ਦੇ ਵਿੱਚ, ਪ੍ਰਭੂ ਜੀ ਪੈਸੇ ਦਵਾ। ਠੀਕ ਆ ਨਾ ਭਲਾ? ਰੋਜ਼ਾ ਰੱਖਣਾ, ਦੇ ਤੇਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਦੇ ਤੇਰੇ ਦੁਆ ਤੇ ਦੁਆ। ਉਹ ਕਹਿੰਦਾ ਵਿਵਸਥਾ ਸੁਣਦਾ, ਮੇਰੀ ਵਿਵਸਥਾ ਵੱਲ ਤੇ ਤੂੰ ਕੰਨ। ਹੁਣ ਵੀ ਤੂੰ ਮੇਰੇ ਨਾਲ ਰਿਸ਼ਤਾ ਬਣਾਉਣ ਦੇ ਲਈ ਨਹੀਂ ਇੱਥੇ ਰੋਜ਼ਾ ਰੱਖ ਕੇ ਬੈਠਾ, ਤੈਨੂੰ ਤਾਂ ਚੈੱਕ ਦਿਖਦਾ ਪਿਆ ਵੀ ਕਿਸ ਤਰ੍ਹਾਂ ਆ ਜਾਵੇ ਤੇ ਮੇਰਾ ਮਸਲਾ। ਤੇਰਾ ਰੋਜ਼ਾ ਮੇਰੇ ਲਈ ਨਹੀਂ ਆ, ਤੇਰਾ ਰੋਜ਼ਾ ਬਾਪ ਤੇ ਬੇਟੇ ਦਾ ਰਿਸ਼ਤਾ ਕਾਇਮ ਕਰਨ ਲਈ ਨਹੀਂ ਗਾ। ਤੇਰਾ ਰੋਜ਼ਾ ਤੇ ਚੈੱਕ ਤੈਨੂੰ ਮਿਲਦੇ ਤਾਂ ਆ, ਜਿੱਦਾਂ ਚੈੱਕ ਮਿਲਿਆ ਨਾ ਤੇ ਫਿਰ ਸਾਡੇ ਮੰਤਰੀ ਸਾਹਿਬ ਨੂੰ ਕਹਿਣਾ ਪਹਿਲਾਂ ਠੇਕੇ ਤੇ ਇੱਕ ਬੋਤਲ ਸ਼ਰਾਬ ਦੀ ਲੈ ਆਓ ਜੀ, ਪਾਰਟੀ ਹੋ ਜਾਵੇ। ਕੀ ਹੋ ਗਿਆ ਭਲਾ? ਚੈੱਕ ਮਿਲ ਗਿਆ ਨਾ। ਸੋ ਦਿਲਾਂ ਤੇ ਗੁਰਦਿਆਂ ਨੂੰ ਜਾਂਚਣ ਵਾਲਾ ਆ, ਉਹਨੂੰ ਪਤਾ ਆ ਕਿ ਇਸ ਤਰੀਕੇ ਦੇ ਨਾਲ ਕੀ ਸਿਸਟਮ ਹੈ। ਇਸ ਕਰਕੇ ਅੱਜ ਤੋਂ ਇਹ ਫੈਸਲਾ ਲਈਏ। ਪਹਿਲੀ ਗੱਲ ਤੇ ਇਹ ਆ ਵੀ ਫੈਸਲਾ ਲਈ ਮੈਂ ਵਿਵਸਥਾ ਨੂੰ ਸੁਣਨਾ ਚਾਹੁੰਦਾ ਆ ਕਿ ਨਹੀਂ। ਤੇ ਜੇ ਮੈਂ ਵਿਵਸਥਾ ਨੂੰ ਸੁਣਨਾ ਚਾਹੁੰਦਾ ਆ ਤੇ ਫਿਰ ਪਰਮੇਸ਼ਵਰ ਜਾਣਦਾ ਆ ਮੈਂ ਉਹਦੀ ਵਿਵਸਥਾ ਉੱਤੇ ਕੰਨ ਲਾਇਆ ਆ ਕਿ ਨਹੀਂ ਲਾਇਆ। ਤੇ ਪਰਮੇਸ਼ਵਰ ਵੱਲੋਂ ਉਸੇ ਦੁਆ ਦਾ ਜਵਾਬ ਆਉਂਦਾ ਆ ਜਿਹੜਾ ਬੰਦਾ ਉਹਦੀ ਵਿਵਸਥਾ ਦੇ ਉੱਤੇ ਕੰਨ ਲਾਉਂਦਾ ਆ। ਬਾਕੀ ਸਾਰੇ ਜਵਾਬ ਦੂਸਰੇ ਆਕਾਸ਼ ਦੀਆਂ ਸ਼ਕਤੀਆਂ ਹੀ ਲੈ ਕੇ ਆਉਂਦੀਆਂ ਆ, ਜਿਨ੍ਹਾਂ ਨੂੰ ਭਰਮਾਉਣ ਵਾਲੇ ਆਤਮੇ ਕਿਹਾ ਜਾਂਦਾ ਹੈ। ਤੇ ਇਹ ਕਿੱਦਾਂ ਭਰਮਾਉਂਦੇ ਆ, ਅਗਲੇ ਹਫਤੇ ਅਸੀਂ ਸੁਣਾਂਗੇ ਤੇ ਸਮਝਾਂਗੇ ਤੇ ਫਿਰ ਰੌਂਗਟੇ ਖੜੇ ਹੋਣਗੇ। ਔਰ ਇਹ ਕੋਈ ਸੁਣੀਆਂ ਸੁਣਾਈਆਂ ਉਹ ਬੁੱਢੀ ਮਾਂ ਵਾਲੀਆਂ ਕਹਾਣੀਆਂ ਨੇਗੀਆਂ, ਇਹ ਬੀਤੀਆਂ ਹੋਈਆਂ ਸੱਚ ਗੱਲਾਂ ਆ ਕਿ ਕਿਵੇਂ ਲੋਕ ਕਿੱਦਾਂ ਦੇ ਪ੍ਰਭਾਵਿਆਂ ਦੇ ਵਿੱਚ ਜੀਵਨ ਜੀ ਜਾ ਰਹੇ ਆ ਤੇ ਪਤਾ ਕੁਛ ਹੈ ਹੀ ਨਹੀਂ ਆ। ਸੋ ਅਸੀਂ ਭਰਮਾਵੇ ਵਿੱਚ ਨਾ ਰਹੀਏ, ਤੇ ਜੇ ਭਰਮਾਵੇ ਚ ਨਿਕਲਣਾ ਚਾਹੁੰਦੇ ਆ ਤੇ ਕੰਨ ਵਿਵਸਥਾ ਤੇ ਪੂਰੀ ਤਰ੍ਹਾਂ ਲਾਈਏ। ਆਪਣੀਆਂ ਅੱਖਾਂ ਬੰਦ ਕਰਦੇ ਹਾਂ, ਸਹਿਜ ਤੇਰਾ ਸ਼ੁਕਰ ਹੋ, ਧੰਨਵਾਦ ਹੋ। ਤੂੰ ਦਿੱਤੀ ਜ਼ਿੰਦਗੀ ਮੈਨੂੰ, ਜੀਵਾਂ ਮੈਂ ਤੇਰੇ ਲਈ। ਯਿਸੂ ਜੀ ਕਰਾਂ ਮੈਂ ਬੰਦਗੀ ਤੇਰੀ। ਯਿਸੂ ਜੀ ਕਰਾਂ ਮੈਂ ਬੰਦਗੀ ਤੇਰੀ। ਤੂੰ ਦਿੱਤੀ ਜ਼ਿੰਦਗੀ ਮੈਨੂੰ, ਜੀਵਾਂ ਮੈਂ ਤੇਰੇ ਲਈ। ਯਿਸੂ ਜੀ ਕਰਾਂ ਮੈਂ ਬੰਦਗੀ ਤੇਰੀ। ਯਿਸੂ ਜੀ ਕਰਾਂ ਮੈਂ ਤੂੰ ਜੋ ਬੋਲੇ ਦਿਨ
है, तू जो बोले दिन है, तू जो बोले रात है, तू जो बोले दिन है, तू जो बोले रात है, तू जो बोले दिन है, तू जो बोले बोलूं मैं वही। यीशु जी यीशु जी यीशु जी, करा बंदगी तेरी। यीशु जी यीशु जी यीशु जी, करा बंदगी तेरी। तेरी मौत मुझको देती जीवन है, तेरी मौत मुझको, तेरी मौत मुझको, तेरी मौत मुझको देती जीवन है। तोड़ों से मिली है शिफा भी। यीशु जी यीशु जी यीशु जी, करा बंदगी तेरी। यीशु जी यीशु जी यीशु जी, करा बंदगी तेरी। 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 भाई बलदेव ਦੇ ਨਾਲ ਮਿਲ ਕੇ प्रार्थना। सर्वशक्तिमान आदरणीय परमेश्वर तेरा धन्यवाद ते तेरा शुक्र करते हैं। तेरे दास दे सिले पुत्र बरल दे साथ प्रभु यीशु मसीह पाक दे सिले प्रभु अस उस कलाम ਨੂੰ ਸੁਣਿਆ पिता परमेश्वर, ਅਸੀਂ ਆਪਣੇ ਆਪ ਨੂੰ उस भोजन ਨੂੰ ਖਾਣ ਲਈ ਤਿਆਰ ਹੋ ਸਕੀਏ ਕਿ पिता परमेश्वर ਸਾਡਾ ਈਮਾਨ ਸਾਡਾ ਵਿਸ਼ਵਾਸ ਵੱਧ ਸਕੇ प्रभु। ਇਸ ਲਈ ਸਾਡੇ ਜ਼ਿੰਦਗੀਆਂ ਨੂੰ पिता परमेश्वर ਕੰਨ ਫਿਰਾਉਣ ਵਾਲੇ ਨਹੀਂ ਕੰਨ पिता परमेश्वर ਲਾ ਕੇ ਉਸ ਵਿਵਸਥਾ ਨੂੰ पिता परमेश्वर ਪੂਰਾ ਕਰਨ ਸਾਡੀ ਮਦਦ ਕਰ ਮੇਰੇ प्रभु। सामने एक मन एक सोच कर अपने दास मग का शोला बना के इस्तेमाल कर होर पिता नु खोल के पिता बहुतियां तक वचन पहुंचाने च मदद करना प्रभु। असी इकट्ठे होकर तेरे नाम नु होर उच्चा करते जाइए प्रभु। आने दिन भले कर सारी महिमा ते वडियाई तेरे नाम नु दे यीशु तेरा नाम लेके मंगते हैं आमीन। हुण साडे खुदा यीशु मसीह दा फजल खुदा बाप दी मोहब्बत पाक रूह दी संगत हों तो लेके हमेशा तक ओदे तमाम लोकां दे नाल बनी रहे। आमीन। हालेलुया हालेलुया।